हाँ जी, ਅੱਜ ਆਪਾਂ ਗੱਲ ਕਰਾਂਗੇ ਗ੍ਰਾਫ ਆਫ ਸਾਈਨ ਐਕਸ। ਸਾਈਨ ਐਕਸ ਦੇ ਗ੍ਰਾਫ ਆਪਾਂ ਵਿੰਡੋ 10 ਦੇ ਵਿੱਚ ਕਿੱਦਾਂ ਆਪਾਂ ਵਿੰਡੋ 10 ਦੀ ਹੈਲਪ ਨਾਲ ਜਾਂ ਫਿਰ ਉਹਦੇ ਵਿੱਚ ਜਿਹੜਾ ਐਪ ਹੁੰਦੀ ਹੈ ਕੈਲਕੂਲੇਟਰ, ਉਹਦੀ ਹੈਲਪ ਨਾਲ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਗ੍ਰਾਫਿੰਗ ਸਮਝ ਸਕਦੇ ਹਾਂ। ਇਹ ਇੱਕ ਬਹੁਤ ਵਧੀਆ ਫੀਚਰ ਦਿੱਤਾ ਗਿਆ ਵਿੰਡੋ 10 ਦੇ ਵਿੱਚ। ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਵੈਸੇ ਤਾਂ ਮੈਂ ਦੱਸ ਦਿੱਤਾ ਹੈ ਪਿਛਲੀ ਵੀਡੀਓ ਦੇ ਵਿੱਚ ਕਿੱਦਾਂ ਸਾਰਾ ਕੁਝ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਵਿੰਡੋ 10 ਦੇ ਵਿੱਚ ਕੈਲਕੂਲੇਟਰ ਓਪਨ ਕਰਾਂਗੇ। ਕੈਲਕੂਲੇਟਰ ਓਪਨ ਕਰਨ ਤੋਂ ਬਾਅਦ ਇੱਥੇ 3 ਲਾਈਨਾਂ ਨਜ਼ਰ ਆ ਰਹੀਆਂ ਤੁਹਾਨੂੰ ਕਾਰਨਰ ਦੇ ਉੱਪਰ। ਇਹਦੇ ਵਿੱਚ ਆਪਣੇ ਕੋਲੇ ਫਸਟ ਆਪਣਾ ਸਟੈਂਡਰਡ ਕੈਲਕੂਲੇਟਰ ਦੀ, ਸੈਕੰਡ ਸਾਇੰਟੀਫਿਕ, ਥਰਡ ਆ ਗਈ ਗ੍ਰਾਫਿੰਗ ਦੀ। ਗ੍ਰਾਫਿੰਗ 'ਤੇ ਆਪਾਂ ਕਲਿੱਕ ਕੀਤਾ ਤਾਂ ਆਪਣੇ ਕੋਲੇ ਗ੍ਰਾਫਿੰਗ ਖੁੱਲ੍ਹ ਗਈ। ਇਹਦੇ ਵਿੱਚ ਆਪਾਂ ਦੇਖੋ ਆਪਾਂ ਇਹ ਡਰਾ ਕੀਤਾ ਹੋਇਆ ਤੁਹਾਡੇ ਸਾਹਮਣੇ ਗ੍ਰਾਫ ਆਫ ਸਾਈਨ ਐਕਸ। ਇਹਦੇ ਬਾਰੇ ਵੀ ਦੇਖ ਲੈਂਦੇ ਵੀ ਕਿੱਥੋਂ ਸਟਾਰਟ ਕੀਤਾ ਸੀ ਇਹ ਮੈਂ। ਸਭ ਤੋਂ ਪਹਿਲਾਂ ਆਪਾਂ ਫੰਕਸ਼ਨ ਨੂੰ ਡਿਲੀਟ ਕਰ ਦਿੰਦੇ ਹਾਂ। ਦੇਖੋ ਜੀ ਇੱਥੇ ਸਭ ਤੋਂ ਪਹਿਲਾਂ ਸਿਲੈਕਟ ਕਰਨਾ ਵੀ ਕਿਹੜੇ ਫੰਕਸ਼ਨ ਦਾ ਆਪਾਂ ਗ੍ਰਾਫ ਡਰਾ ਕਰਨਾ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਫੰਕਸ਼ਨ ਡਰਾ ਕਰਾਂਗੇ। ਮੰਨ ਲਓ ਮੈਂ ਟ੍ਰਿਗਨੋਮੈਟ੍ਰਿਕ ਫੰਕਸ਼ਨ ਦਾ ਗ੍ਰਾਫ ਦੱਸਣ ਜਾ ਰਿਹਾ। ਅੱਜ ਆਪਾਂ ਗ੍ਰਾਫ ਦੀ ਡਿਸਕਸ ਕਰਾਂਗੇ ਗ੍ਰਾਫ ਆਫ ਸਾਈਨ ਐਕਸ ਦੀ ਜਾਂ ਫਿਰ ਸਾਈਨ ਦੀ ਕੋਈ ਵੀ ਵੈਲਿਊ, ਠੀਕ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਇਹਦੇ ਲਈ ਸਭ ਤੋਂ ਪਹਿਲਾਂ ਮੈਂ ਕੀਤਾ ਕਲਿੱਕ, ਤੁਹਾਨੂੰ ਕਰਸਰ ਨਜ਼ਰ ਆ ਰਿਹਾ ਟ੍ਰਿਗਨੋਮੈਟਰੀ। ਟ੍ਰਿਗਨੋਮੈਟਰੀ ਦੇ ਵਿੱਚ ਆਪਾਂ ਸਿਲੈਕਟ ਕਰਾਂਗੇ ਸਾਈਨ। ਸਾਈਨ ਦਾ ਹੁਣ ਆਪਾਂ ਐਂਗਲ ਭਰਾਂਗੇ ਜਾਂ ਫਿਰ ਕੋਈ ਵੀ ਆਪਾਂ ਵੈਲਿਊ, ਸਿੰਪਲੀ ਸਾਈਨ ਐਕਸ ਦਾ ਗ੍ਰਾਫ ਦੇਖਦੇ ਹਾਂ, ਸਾਈਨ ਐਕਸ, ਠੀਕ ਹੈ ਜੀ। ਇਹ ਆ ਗਿਆ ਗ੍ਰਾਫ ਆਫ ਸਾਈਨ ਐਕਸ। ਮੈਂ ਥੋੜ੍ਹਾ ਜਿਹਾ ਕਲਰ ਚੇਂਜ ਕਰ ਦੇਣਾ ਤਾਂ ਕਿ ਆਪਾਂ ਨੂੰ ਦੇਖਣ 'ਚ ਹੋਰ ਵੀ ਚਲੋ ਇਹ ਹੀ ਰਹਿਣ ਦਿੰਦੇ ਹਾਂ, ਇਹ ਜ਼ਿਆਦਾ ਕੰਟਰਾਸਟ ਦੇ ਰਿਹਾ। ਤਾਂ ਇਹ ਆ ਗਿਆ ਜੀ ਗ੍ਰਾਫ ਆਫ ਸਾਈਨ ਐਕਸ। ਦੇਖੋ ਇੱਥੋਂ ਆਪਾਂ ਜ਼ੂਮ ਇਨ ਅਤੇ ਜ਼ੂਮ ਆਊਟ, ਇਹ ਵੀ ਮੈਂ ਪਿਛਲੀ ਵੀਡੀਓ 'ਚ ਦੱਸਤਾ ਸੀ ਵੀ ਕਿੰਨਾ ਵੀ ਆਪਾਂ ਐਕੂਰੇਸੀ ਨਾਲ ਵੈਲਿਊ ਦੀ ਦੇਖ ਸਕਦੇ ਹਾਂ। ਆਪਾਂ ਸਟੈਂਡਰਡ ਹੀ ਸੈੱਟ ਕਰ ਦਿੰਦੇ ਇੱਕ ਵਾਰ। ਤਾਂ ਹੁਣ ਦੇਖਦੇ ਹਾਂ ਵੀ ਇਹਦੀਆਂ ਕੀ ਕੀ ਪ੍ਰੋਪਰਟੀਜ਼ ਹੁੰਦੀਆਂ ਨੇ, ਇਹਦੀਆਂ ਅੰਗਲੀਆਂ ਸੰਗਲੀਆਂ ਬਾਰੇ ਸਾਰਾ ਕੁਝ ਡਿਸਕਸ ਕਰਾਂਗੇ 1 ਬਾਏ 1, ਠੀਕ ਹੈ। ਪੇਸ਼ੈਂਸ ਬਣਾ ਕੇ ਰੱਖਣਾ ਸਾਰਿਆਂ ਨੇ, ਤਾਂ ਵੀਡੀਓ ਥੋੜ੍ਹੀ ਜਿਹੀ ਲੈਂਥੀ ਵੀ ਹੋ ਸਕਦੀ ਆ ਅਤੇ ਆਪਾਂ ਡਿਸਕਸ ਕਰਦੇ ਹਾਂ। ਚਲੋ ਸਭ ਤੋਂ ਪਹਿਲਾਂ ਆਪਾਂ ਫੰਕਸ਼ਨ ਐਨਾਲਾਈਜ਼ ਕਰਦੇ ਹਾਂ, ਹੈ ਨਾ, ਫੰਕਸ਼ਨ ਐਨਾਲਾਈਸਿਸ, ਠੀਕ ਹੈ ਜੀ। ਸਭ ਤੋਂ ਪਹਿਲਾਂ ਮੇਨ ਗੱਲ ਆਉਂਦੀ ਹੈ ਵੀ ਜਿਹੜਾ ਫੰਕਸ਼ਨ ਆ ਉਹ ਆਪਾਂ ਨੂੰ ਪਤਾ ਲੱਗ ਗਿਆ ਟ੍ਰਿਗਨੋਮੈਟ੍ਰਿਕ ਫੰਕਸ਼ਨ ਆ, ਇਹਦੀ ਆਪਾਂ ਡੋਮੇਨ ਦੀ ਗੱਲ ਕਰਦੇ ਹਾਂ, ਠੀਕ ਹੈ ਜੀ। ਇਹ ਫੰਕਸ਼ਨ ਦੀ ਡੋਮੇਨ ਕੀ ਆ? ਇਹ ਫੰਕਸ਼ਨ ਦੀ ਡੋਮੇਨ ਹੈ ਜੀ x ਬਿਲੋਂਗਸ ਟੂ r। r ਮਤਲਬ ਰੀਅਲ ਨੰਬਰ, ਠੀਕ ਹੈ ਜੀ। ਮਤਲਬ ਕਿ ਜਿਹੜੇ ਫੰਕਸ਼ਨ ਦੀ ਡੋਮੇਨ ਆ ਉਹ ਕੀ ਆ? ਰੀਅਲ ਨੰਬਰ ਆ। ਤੁਹਾਨੂੰ ਮੈਂ ਦੱਸਦਾ ਇਹ ਚੈੱਕ ਕਿੱਦਾਂ ਕਰੀ ਦੀ ਹੁੰਦੀ ਆ। ਵੈਸੇ ਆਪਾਂ ਗ੍ਰਾਫ ਤੋਂ ਦੇਖ ਕੇ ਵੀ ਦੱਸ ਸਕਦੇ ਹਾਂ ਜੀ ਡੋਮੇਨ ਕੀ ਹੈ ਫੰਕਸ਼ਨ ਦੀ। ਅਗਰ ਆਪਾਂ ਨੂੰ ਚੰਗੀ ਤਰ੍ਹਾਂ ਗ੍ਰਾਫ ਸਿੱਖਿਆ ਹੋਇਆ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਡੋਮੇਨ ਕੀ ਆ ਸਾਈਨ ਐਕਸ ਦੀ, ਰੀਅਲ ਨੰਬਰ ਆ। ਤੁਸੀਂ ਦੇਖ ਵੀ ਸਕਦੇ ਹੋ ਰੀਅਲ ਨੰਬਰ ਮਾਈਨਸ ਇਨਫਿਨਿਟੀ ਤੋਂ ਲੈ ਕੇ ਆਪਾਂ ਇਨਫਿਨਿਟੀ ਤੱਕ ਜਨਰਲੀ ਦੇਖਦੇ ਹਾਂ ਵੀ ਸਾਰੇ ਨੰਬਰ ਹੀ ਆ ਜਾਂਦੇ ਨੇ, ਸਿਰਫ ਇਮੇਜਨਰੀ ਨੰਬਰ ਨੂੰ ਛੱਡ ਕੇ, ਠੀਕ ਹੈ ਜੀ। ਆਪਾਂ ਡੋਮੇਨ ਚੈੱਕ ਕਰਨ ਵਾਸਤੇ ਗ੍ਰਾਫ ਦੇ ਵਿੱਚ ਸਭ ਤੋਂ ਪਹਿਲਾਂ ਕੀ ਚੀਜ਼ ਦੇਖਦੇ ਹਾਂ? ਆਪਾਂ ਦੇਖਦੇ ਹਾਂ ਜੀ ਡੋਮੇਨ ਚੈੱਕ ਕਰਨ ਵਾਸਤੇ ਐਕਸ ਐਕਸਿਸ ਨੂੰ। ਮਤਲਬ ਕਿ ਉਹ ਫੰਕਸ਼ਨ ਦੀ ਐਕਸ ਐਕਸਿਸ ਦੇ ਉੱਪਰ ਮਿਨੀਮਮ ਵੈਲਿਊ ਕਿੰਨੀ ਹੈ ਅਤੇ ਮੈਕਸੀਮਮ ਕਿੱਥੇ ਤੱਕ ਜਾ ਰਹੀ ਹੈ, ਠੀਕ ਹੈ ਜੀ। ਉਹ ਹੁੰਦੀ ਹੈ ਡੋਮੇਨ, ਠੀਕ ਹੈ ਜੀ। ਡੋਮੇਨ ਦੇ ਵਿੱਚ ਮਤਲਬ ਕਿਹੜੀਆਂ ਕਿਹੜੀਆਂ ਵੈਲਿਊਜ਼ ਆ ਜਾਣਗੀਆਂ ਉਹ ਆਪਾਂ ਦੇਖਦੇ ਹਾਂ ਗ੍ਰਾਫ ਦੇ ਵਿੱਚ। ਤੁਸੀਂ ਦੇਖ ਰਹੇ ਹੋ ਜੀ ਆਹ ਗ੍ਰਾਫ ਦੇ ਵਿੱਚ ਜਿੱਥੇ ਮੈਂ ਪੁਆਇੰਟਿੰਗ ਕਰ ਰਹੇ ਹਾਂ ਇਹ ਹੈ ਜੀ ਐਕਸ ਐਕਸਿਸ, ਆ ਗਈ ਵਾਈ ਐਕਸਿਸ, ਠੀਕ ਹੈ ਜੀ। ਇਹ ਸਾਰਿਆਂ ਨੂੰ ਪਤਾ ਗਾ। ਐਕਸ ਐਕਸਿਸ ਦੇ ਉੱਪਰ ਮਿਨੀਮਮ ਵੈਲਿਊ ਕਿੰਨੀ ਜਾ ਰਹੀ ਆ ਦੇਖ ਲੈਂਦੇ ਆਪਾਂ ਜ਼ੂਮ ਆਊਟ ਕਰਕੇ। ਮਿਨੀਮਮ ਵੈਲਿਊ ਜਾ ਹੀ ਰਹੀ ਹੈ ਜੀ, ਜਾ ਹੀ ਰਹੀ ਆ, ਬਹੁਤ ਦੂਰ ਤੱਕ ਜਾਊਗੀ। ਇਸੇ ਤਰ੍ਹਾਂ ਮੈਕਸੀਮਮ ਵੈਲਿਊ ਇੱਧਰਲੀ ਸਾਈਡ ਬਹੁਤ ਦੂਰ ਤੱਕ ਜਾਊਗੀ। ਇੱਧਰ ਵੀ ਆਪਾਂ ਨਹੀਂ ਦੱਸ ਸਕਦੇ ਵੀ ਸਿਰਾ ਕਿੱਥੇ ਇਹਦਾ, ਠੀਕ ਹੈ ਜੀ। ਰੀਅਲ ਨੰਬਰ ਦੇ ਵਿੱਚ ਸਾਰੇ ਨੰਬਰ ਆ ਗਏ ਇਮੇਜਨਰੀ ਨੂੰ ਛੱਡ ਕੇ। ਤਾਂ ਇਹਦੀ ਆਪਾਂ ਡੋਮੇਨ ਦੀ ਗੱਲ ਕਰਦੇ ਹਾਂ ਜੀ। ਇਹਦੀ ਡੋਮੇਨ ਹੁੰਦੀ ਆ ਓਪਨ ਇੰਟਰਵਲ ਮਾਈਨਸ ਇਨਫਿਨਿਟੀ ਤੋਂ ਲੈ ਕੇ ਇਨਫਿਨਿਟੀ ਓਪਨ ਇੰਟਰਵਲ ਤੱਕ, ਠੀਕ ਹੈ ਜੀ। ਇਹ ਹੋ ਗਈ ਇਹਦੀ ਡੋਮੇਨ। ਡੋਮੇਨ ਆਪਾਂ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਚੈੱਕ ਕਰਨੀ ਆ। ਆਪਾਂ ਕਿਹਨੂੰ ਚੈੱਕ ਕਰਨਾ? ਐਕਸ ਐਕਸਿਸ ਨੂੰ ਚੈੱਕ ਕਰਨਾ ਵੀ ਐਕਸ ਐਕਸਿਸ ਦੇ ਵਿੱਚ ਮਿਨੀਮਮ ਇੱਧਰਲੀ ਸਾਈਡ ਵੈਲਿਊ ਕਿੰਨੀ ਜਾ ਰਹੀ ਹੈ ਅਤੇ ਇੱਧਰ ਨੂੰ ਵੈਲਿਊ ਕਿੱਥੋਂ ਤੱਕ ਜਾ ਰਹੀ ਹੈ। ਇਹ ਵੈਲਿਊ ਜੀ ਇੱਧਰੋਂ ਤਾਂ ਆਪਾਂ ਨੂੰ ਨਹੀਂ ਪਤਾ, ਇਨਫਿਨਿਟੀ ਤੱਕ ਇੱਧਰ ਨੈਗੇਟਿਵ ਜਾਊਗਾ, ਮਾਈਨਸ ਇਨਫਿਨਿਟੀ ਤੱਕ ਵੈਸੇ ਮਾਈਨਸ ਇਨਫਿਨਿਟੀ ਆਪਾਂ ਨੂੰ ਨਹੀਂ ਪਤਾ ਕਿੱਥੇ ਤੱਕ ਆ। ਤਾਂ ਇਹਦੀ ਆਪਾਂ ਜਨਰਲੀ ਕਾਊਂਟ ਕਰ ਲਈ ਵੀ ਰੇਂਜ ਮਾਈਨਸ ਇਨਫਿਨਿਟੀ ਤੋਂ ਲੈ ਕੇ ਪਲੱਸ ਇਨਫਿਨਿਟੀ ਤੱਕ ਗਈ ਹੈ ਜੀ ਇਹਦੀ ਡੋਮੇਨ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਤਾ ਵੀ ਇਹਦੀ ਜਿਹੜੀ ਡੋਮੇਨ ਹੁੰਦੀ ਆ ਰੀਅਲ ਨੰਬਰ ਹੁੰਦੀ ਹੈ। ਇਸ ਤੋਂ ਬਾਅਦ ਗੱਲ ਆ ਗਈ ਜੀ ਰੇਂਜ ਦੀ। ਰੇਂਜ ਆਪਾਂ ਨੇ ਵੈਸੇ ਪੜ੍ਹੀ ਹੋਈ ਆ ਸਾਰਿਆਂ ਨੇ, ਆਪਾਂ ਦੇਖ ਵੀ ਸਕਦੇ ਹਾਂ। ਰੇਂਜ ਹੁੰਦੀ ਹੈ ਜੀ ਇਹਦੀ y ਬਿਲੋਂਗਸ ਟੂ ਕਲੋਜ਼ ਇੰਟਰਵਲ -1 ਤੋਂ 1। -1 ਤੋਂ ਲੈ ਕੇ 1 ਤੱਕ ਇਹਦੀ ਰੇਂਜ ਹੁੰਦੀ ਹੈ। ਆਪਾਂ ਸਾਰਿਆਂ ਨੇ ਪੜ੍ਹਿਆ ਵੀ -1 ਤੋਂ ਇਹਦੀ ਵੈਲਿਊ ਸਾਈਨ ਐਕਸ ਦੀ ਛੋਟੀ ਨਹੀਂ ਹੋ ਸਕਦੀ, +1 ਤੋਂ ਵੱਡੀ ਨਹੀਂ ਹੋ ਸਕਦੀ। ਹੁਣ ਆਪਾਂ ਦੇਖਦੇ ਹਾਂ ਜੀ ਗ੍ਰਾਫ ਦੇ ਵਿੱਚੋਂ ਕਿੱਦਾਂ ਦੇਖ ਸਕਦੇ ਹਾਂ ਆਪਾਂ ਰੇਂਜ। ਮੈਂ ਤੁਹਾਨੂੰ ਦੱਸ ਰਿਹਾ ਜੀ ਗ੍ਰਾਫ ਦੇ ਵਿੱਚੋਂ ਅਗਰ ਆਪਾਂ ਕਿਸੇ ਵੀ ਫੰਕਸ਼ਨ ਦੀ ਰੇਂਜ ਦੇਖਣੀ ਹੈ ਤਾਂ ਆਪਾਂ ਕਿਹਨੂੰ ਦੇਖਾਂਗੇ? ਆਪਾਂ ਦੇਖਾਂਗੇ ਵਾਈ ਐਕਸਿਸ ਨੂੰ,
ठीक है जी। ਆਪਾਂ ਕਿਹਨੂੰ ਦੇਖਾਂਗੇ y ਐਕਸਿਸ ਨੂੰ। y ਐਕਸਿਸ ਦੇ ਉੱਪਰ ਮੈਕਸਿਮਮ ਵੈਲਿਊ ਕਿੰਨੀ ਜਾ ਰਹੀ ਹੈ, ਮਿਨੀਮਮ ਕਿੰਨੀ ਜਾ ਰਹੀ ਹੈ। ਇਹਦੀ ਰੇਂਜ ਕੀ ਹੈ ਜੀ, -1 ਤੋਂ ਲੈ ਕੇ 1 ਤੱਕ ਆਪਾਂ ਦੇਖ ਵੀ ਸਕਦੇ ਹਾਂ y ਐਕਸ ਦੇ ਥਰੂ। ਦੇਖੋ ਜੀ ਸਾਈਨ ਐਕਸ ਦੀ y ਐਕਸ ਦੇ ਉੱਪਰ ਮੈਕਸਿਮਮ ਵੈਲਿਊ ਕਿੱਥੇ ਤੱਕ ਜਾ ਰਹੀ ਆ, ਦੇਖੋ 2 ਤੇ ਤਾਂ ਨਹੀਂ ਜਾ ਰਹੀ। ਆਪਾਂ ਦੇਖ ਲੈਂਦੇ ਹਾਂ ਜਿਹੜਾ ਇਹਦਾ ਗ੍ਰਾਫ ਬਣਿਆ ਹੋਇਆ, ਇੱਥੋਂ ਤੱਕ ਜਾ ਰਹੀ ਹੈ ਜੀ ਮੈਕਸਿਮਮ ਵੈਲਿਊ। ਠੀਕ ਹੈ ਜੀ, ਲਗਭਗ ਇਹ 0.9999, ਠੀਕ ਹੈ ਜੀ, 1 ਦੇ ਨੀਅਰੈਸਟ, ਮਤਲਬ ਮੈਕਸਿਮਮ ਵੈਲਿਊ ਇਹਦੀ 1 ਜਾ ਰਹੀ ਹੈ। ਠੀਕ ਹੈ ਜੀ, ਅਤੇ ਮਿਨੀਮਮ ਵੈਲਿਊ ਕਿੱਥੇ ਤੱਕ ਜਾ ਰਹੀ ਆ, -1 ਜਾ ਰਹੀ ਹੈ। ਠੀਕ ਹੈ ਜੀ, ਇੱਧਰਲੀ ਸਾਈਡ ਵੀ ਆਪਾਂ ਦੇਖ ਰਹੇ ਸਕਦੇ ਹਾਂ ਮਿਨੀਮਮ ਵੈਲਿਊ ਕੀ ਜਾ ਰਹੀ ਆ। ਇਹ ਵਾਈ ਐਕਸਿਸ ਨੂੰ ਚੈੱਕ ਕਰ ਰਹੇ ਹਾਂ, ਦੇਖੋ ਆਹ ਵਾਈ ਐਕਸਿਸ ਹੁੰਦੇ ਨੇ, ਉੱਪਰ ਨੀਚੇ ਕਿੰਨੀ ਵੈਲਿਊ ਜਾ ਰਹੀ ਆ। ਤਾਂ ਮਿਨੀਮਮ ਆ ਗਈ ਇਹਦੀ -1, ਮੈਕਸੀਮਮ ਕਿੰਨੀ ਆ ਗਈ 1 ਆ ਗਈ। ਵੈਸੇ ਵੀ ਆਪਾਂ ਨੂੰ ਪਤਾ ਇੰਟਰਵਲ ਕਿੱਦਾਂ ਲਿਖਦੇ ਆਪਾਂ, ਛੋਟੇ ਇੰਟਰਵਲ ਤੋਂ ਵੱਡੇ ਵੈਲਿਊ ਵੱਲ ਜਾਂਦੇ ਨੇ, ਇਸੇ ਕਰਕੇ ਇਹਦਾ ਜਿਹੜੀ ਰੇਂਜ ਆ ਗਈ ਉਹ -1 ਤੋਂ 1 ਤੱਕ ਆ ਗਈ। ਠੀਕ ਹੈ ਜੀ, ਇਸ ਤੋਂ ਬਾਅਦ ਇਹਦਾ ਥਰਡ ਪੁਆਇੰਟ ਆ ਜੀ, ਆਪਾਂ ਗੱਲ ਕਰਦੇ ਹਾਂ ਇਹਦੇ ਐਕਸ ਇੰਟਰਸੈਪਟ। ਇੰਟਰਸੈਪਟ ਕੀ ਹੁੰਦਾ ਵੀ ਐਕਸ ਐਕਸਿਸ ਨੂੰ ਕਿਹੜੇ ਪੁਆਇੰਟਸ 'ਤੇ ਕਿਹੜੇ ਪੁਆਇੰਟਸ 'ਤੇ ਇੱਕ ਪੁਆਇੰਟ 'ਤੇ ਕੱਟ ਕਰ ਰਿਹਾ ਜਾਂ ਫਿਰ ਇੱਕ ਤੋਂ ਜ਼ਿਆਦਾ ਪੁਆਇੰਟਸ ਦੇ ਉੱਪਰ ਕੱਟ ਕਰ ਰਿਹਾ। ਹੁਣ ਆਪਾਂ ਦੇਖਦੇ ਹਾਂ ਜੀ ਐਕਸ ਐਕਸਿਸ ਨੂੰ, ਐਕਸ ਇੰਟਰਸੈਪਟ ਕੀ ਹੈ। ਐਕਸ ਐਕਸਿਸ ਨੂੰ ਕਹਿਣ ਤੋਂ ਭਾਵ ਵੀ ਕਿਹੜੇ ਪੁਆਇੰਟਸ ਦੇ ਉੱਪਰ ਕੱਟ ਰਿਹਾ। ਆਪਣੇ ਕੋਲ ਇਹ ਦਿੱਤਾ ਹੋਇਆ ਜੀ ਐਕਸ ਇੰਟਰਸੈਪਟ ਪਾਈ n x = πn1, n ਬਿਲੋਂਗਸ ਟੂ ਇੰਟੀਜ਼ਰਸ, n ਦੀ ਵੈਲਿਊ ਇੰਟੀਜ਼ਰਸ, ਮੈਂ ਕਹਿਣ ਤੋਂ ਭਾਵ ਵੀ n ਦੀ ਵੈਲਿਊ ਕੁਛ ਵੀ ਹੋ ਸਕਦੀ ਆ ਇੰਟੀਜ਼ਰਸ ਦੇ ਵਿੱਚੋਂ, ਪੋਜ਼ੀਟਿਵ, ਨੈਗੇਟਿਵ ਜਾਂ ਫਿਰ 0। ਦੇਖੋ ਜੀ ਆਪਾਂ ਦੇਖ ਵੀ ਸਕਦੇ ਹਾਂ ਗ੍ਰਾਫ ਦੇ ਵਿੱਚ n ਦੀ ਵੈਲਿਊ ਆਪਾਂ 0 ਪੁੱਟ ਕੀਤੀ ਹੈ ਨਾ, ਅਤੇ ਐਕਸ ਇੰਟਰਸੈਪਟ ਕਿੱਥੇ ਹੋ ਗਿਆ, 0 ਦੇ ਉੱਪਰ ਹੋ ਗਿਆ। n1 ਦੀ ਵੈਲਿਊ ਆਪਾਂ ਕੀ ਪੁੱਟ ਕੀਤੀ, ਇੰਟੀਜ਼ਰ ਆਪਾਂ 1 ਪੁੱਟ ਕੀਤੀ। ਠੀਕ ਹੈ ਜੀ, ਦੂਸਰਾ ਮਤਲਬ ਕਿ ਪੋਜ਼ੀਟਿਵ ਸਾਈਡ ਐਕਸ ਦੇ ਉੱਪਰ ਕਿੱਥੇ ਇੰਟਰਸੈਪਟ ਕਰ ਰਿਹਾ, ਪਾਈ ਦੇ ਉੱਪਰ। ਇੱਥੇ ਵਾਈ ਵੈਲਿਊ ਹੁੰਦੀ ਹੈ ਪਾਈ, ਇੱਥੇ π/2, ਇੱਥੇ 3π/2, ਇੱਥੇ 2π। ਇਸੇ ਤਰ੍ਹਾਂ ਆਪਾਂ n ਦੀ ਵੈਲਿਊ n1 ਦੀ ਵੈਲਿਊ 2 ਪੁੱਟ ਕਰਾਂਗੇ, 3 ਪੁੱਟ ਕਰਾਂਗੇ। ਇਸੇ ਤਰ੍ਹਾਂ ਆਪਣੇ ਕੋਲ ਚੱਲਦੇ ਜਾਣਗੇ, ਇਹ ਬਹੁਤ ਦੂਰ ਤੱਕ ਜਾਣਗੇ ਜੀ, ਕਿਉਂਕਿ ਇਹ ਕੰਟੀਨਿਊ ਹੁੰਦਾ ਇਹਦਾ ਗ੍ਰਾਫ। ਵੈਸੇ ਵੀ ਆਪਾਂ ਨੂੰ ਪਤਾ ਕੰਟੀਨਿਊ ਫੰਕਸ਼ਨ ਅੱਗੇ ਡਿਸਕਸ ਕਰਾਂਗੇ ਵੀ ਕੰਟੀਨਿਊਟੀ ਫੰਕਸ਼ਨ ਦੀ ਕਿੱਦਾਂ ਚੈੱਕ ਕਰਨੀ ਗ੍ਰਾਫ ਤੋਂ, ਜਾਂ ਫਿਰ ਕਿਹੜੇ ਗ੍ਰਾਫ ਫੰਕਸ਼ਨ ਕੀ ਹੁੰਦੇ ਨੇ, ਕੰਟੀਨਿਊ ਹੁੰਦੇ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਇੱਧਰ ਵੀ ਆਪਾਂ n ਦੀ ਵੈਲਿਊ ਤਾਂ ਇੰਟੀਜ਼ਰ, n1 ਦੀ ਵੈਲਿਊ ਕੀ ਇੰਟੀਜ਼ਰ ਹੈ। ਠੀਕ ਹੈ, ਇੰਟੀਜ਼ਰ ਤਾਂ -1 -2 ਵੀ ਹੁੰਦੇ। ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ -1 ਪੁੱਟ ਕਰਾਂਗੇ ਤਾਂ ਇੱਥੇ ਆ ਜਾਊ ਇੰਟਰਸੈਪਟ ਐਕਸ ਦੇ ਉੱਪਰ, ਅਗਲੀ ਵੈਲਿਊ ਇੱਥੇ ਆ ਜਾਊ। ਇਸੇ ਤਰ੍ਹਾਂ ਇੱਧਰ ਵੀ ਚੱਲਦੇ ਜਾਣਗੇ, ਬਹੁਤ ਦੂਰ ਤੱਕ ਜਾਣਗੇ ਇੱਧਰਲੀ ਸਾਈਡ ਵੀ। ਇਹ ਗੱਲ ਹੋ ਗਈ ਜੀ ਐਕਸ ਇੰਟਰਸੈਪਟ ਦੀ। ਹੁਣ ਗੱਲ ਆਉਂਦੀ ਆ ਵਾਈ ਇੰਟਰਸੈਪਟ ਦੀ, ਵੀ ਵਾਈ ਇੰਟਰਸੈਪਟ ਵੀ ਵਾਈ ਐਕਸਿਸ ਨੂੰ ਕਿੰਨੇ ਪੁਆਇੰਟਸ ਦੇ ਉੱਪਰ ਇਹ ਕੱਟ ਕਰ ਰਿਹਾ। y = 0 ਕਹਿਣ ਤੋਂ ਭਾਵ ਆਪਾਂ ਨੂੰ ਪਤਾ ਲੱਗ ਗਿਆ ਇੱਥੋਂ ਵੀ ਸਿਰਫ ਇੱਕ ਹੀ ਪੁਆਇੰਟ ਦੇ ਉੱਪਰ ਇਹ y ਨੂੰ ਕੱਟ ਕਰ ਰਿਹਾ। ਉਹ ਕਿਹੜੇ ਪੁਆਇੰਟ ਦੇ ਉੱਤੇ, y = 0, ਮਤਲਬ ਕਿ ਓਰੀਜਨ ਦੇ ਉੱਪਰ y ਐਕਸਿਸ ਨੂੰ ਕੱਟ ਕਰ ਰਿਹਾ। ਇਹਦਾ y ਇੰਟਰਸੈਪਟ ਕੀ ਆ ਗਿਆ, y = 0। ਠੀਕ ਹੈ ਜੀ, ਇਹ ਵੀ ਗੱਲ ਹੋ ਗਈ ਆਪਣੇ ਕੋਲੇ ਕਲੀਅਰ। ਅਗਲੀ ਗੱਲ ਆ ਗਈ ਮਿਨੀਮਾ ਅਤੇ ਮੈਕਸੀਮਾ। ਇਹ ਵੀ ਵੈਸੇ ਆਪਾਂ ਦੇਖ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ। ਮਿਨੀਮਾ ਅਤੇ ਮੈਕਸੀਮਮ। ਮਿਨੀਮਮ ਕੀ ਹੁੰਦਾ ਵੀ ਜਿੱਥੇ ਫੰਕਸ਼ਨ ਦੀ ਵੈਲਿਊ ਮਿਨੀਮਮ ਹੋ ਰਹੀ ਹੈ, ਕਿਹੜੇ ਪੁਆਇੰਟਸ ਦੇ ਉੱਪਰ ਮਿਨੀਮਮ ਹੋ ਰਹੀ ਹੈ। ਮੈਕਸੀਮਮ ਕੀ ਹੁੰਦਾ, ਜਿਹੜੇ ਪੁਆਇੰਟ ਦੇ ਉੱਪਰ ਵੈਲਿਊ ਮੈਕਸੀਮਮ ਹੋ ਰਹੀ ਹੈ। ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਮਿਨੀਮਮ ਦੇਖੋ ਫੰਕਸ਼ਨ ਦੀ ਵੈਲਿਊ ਇਹ ਆਹ ਪੁਆਇੰਟ ਦੇ ਉੱਪਰ ਕੀ ਹੋ ਗਈ, ਮਿਨੀਮਮ ਹੋ ਗਈ। ਠੀਕ ਹੈ, ਬਿਲਕੁਲ ਨੀਚੇ ਚਲੀ ਗਈ, ਇਦੋਂ ਨੀਚੇ ਤਾਂ ਜਾ ਨਹੀਂ ਸਕਦੀ। ਇਹ ਹੋ ਗਈ ਵੀ ਮਿਨੀਮਮ ਵੈਲਿਊ ਆ ਗਈ। ਠੀਕ ਹੈ, ਇਸੇ ਤਰ੍ਹਾਂ ਇਹ ਇੱਕ ਪੁਆਇੰਟ ਨਹੀਂ ਹੈਗਾ, ਆਹ ਪੁਆਇੰਟ ਦੇ ਉੱਪਰ ਵੀ ਤੁਸੀਂ ਦੇਖੋ ਇੱਥੇ ਵੀ ਮਿਨੀਮਮ ਵੈਲਿਊ, ਅੱਗੇ ਵੀ ਬਹੁਤ ਸਾਰੀਆਂ ਵੈਲਿਊਜ਼ ਹੋਣਗੀਆਂ ਤਾਂ ਜਿੱਥੇ ਇਹ ਮਿਨੀਮਮ ਹੁੰਦਾ ਜਾਊਗਾ। ਠੀਕ ਹੈ ਜੀ, ਆਪਾਂ ਦੇਖ ਸਕਦੇ ਹਾਂ ਇਹ ਲਗਾਤਾਰ ਚੱਲਦੇ ਰਹਿਣਗੇ। ਇਸੇ ਤਰ੍ਹਾਂ ਆਪਣੇ ਕੋਲ ਦੂਸਰੀ ਸਾਈਡ ਵੀ ਆਹੀ ਚੱਲਦਾ ਜਾਊਗਾ, ਇੱਧਰਲੀ ਸਾਈਡ ਮਿਨੀਮਮ ਵੈਲਿਊ ਬਹੁਤ ਸਾਰੇ ਪੁਆਇੰਟ ਦੇ ਉੱਪਰ ਆਊਗੀ। ਠੀਕ ਹੈ, ਇਹਦੇ ਵਿੱਚ n1 ਦੀ ਵੈਲਿਊ ਆਪਾਂ ਪੁੱਟ ਕਰੀ ਚੱਲਾਂਗੇ, ਕਿਉਂਕਿ n1 ਕੀ ਇੱਥੇ ਇੰਟੀਜ਼ਰ ਹੈ। n1 ਦੀ ਵੈਲਿਊ ਆਪਾਂ ਵਾਰ-ਵਾਰ ਪੁੱਟ ਕਰੀ ਚੱਲਾਂਗੇ, 1 2 3 0 -1 -2 ਇੱਦਾਂ ਮਿਨੀਮਮ ਪੁਆਇੰਟ ਆਪਾਂ ਕੱਢਦੇ ਜਾਵਾਂਗੇ ਜੀ। ਇੱਕ ਤੋਂ ਜ਼ਿਆਦਾ ਬਹੁਤ ਸਾਰੇ ਮਤਲਬ ਕਿ ਕਾਊਂਟ ਨਹੀਂ ਕਰ ਸਕਦੇ, ਮਿਨੀਮਮ ਪੁਆਇੰਟ ਆਉਣਗੇ ਕਿਉਂਕਿ ਇਹ ਫੰਕਸ਼ਨ ਕੀ ਹੈ, ਕੰਟੀਨਿਊ ਆ। ਓਕੇ, ਅਗਲਾ ਮੈਕਸੀਮਮ ਬਿਲਕੁਲ ਇੱਦਾਂ ਦੇਖਣਾ ਜੀ, ਕਿਹੜੇ ਪੁਆਇੰਟਸ ਦੇ ਉੱਪਰ ਵੈਲਿਊ ਮੈਕਸੀਮਮ ਆ ਰਹੀ ਹੈ। ਆਪਾਂ n1 ਦੀ ਵੈਲਿਊ ਪੁੱਟ ਕਰਦੇ ਜਾਵਾਂਗੇ, ਆਪਾਂ ਫੰਕਸ਼ਨ ਨੂੰ ਚੈੱਕ ਕਰਦੇ ਜਾਵਾਂਗੇ ਵੀ ਕਿੱਥੇ ਫੰਕਸ਼ਨ ਮੈਕਸੀਮਮ ਆ ਰਿਹਾ। ਤੁਹਾਨੂੰ ਮੈਂ ਦੱਸ ਦੇਵਾਂ, ਦੇਖੋ ਇੱਥੇ ਫੰਕਸ਼ਨ ਕੀ ਆ, ਮੈਕਸੀਮਮ ਆ। ਇਸੇ ਤਰ੍ਹਾਂ ਇੱਥੇ ਵੀ ਮੈਕਸੀਮਮ ਹੈ, ਇੱਧਰਲੀ ਸਾਈਡ ਵੀ ਫੰਕਸ਼ਨ ਦੀ ਵੈਲਿਊ ਇੱਥੇ ਜਾ ਕੇ ਮੈਕਸੀਮਮ ਹੋ ਰਹੀ ਹੈ। ਠੀਕ ਹੈ, ਇਹਦੇ ਉੱਪਰ ਨਹੀਂ ਜਾ ਰਹੀ ਇਹ ਵੈਲਿਊ, ਕਹਿਣ ਤੋਂ ਭਾਵ ਵੀ ਮੈਕਸੀਮਮ। ਠੀਕ ਹੈ, ਇਹ ਪੁਆਇੰਟ ਆਫ ਮੈਕਸੀਮਮ ਵੀ ਕਹਿ ਦਿੰਦੇ ਨੇ ਜਿੱਥੇ ਮੈਕਸੀਮਮ ਵੈਲਿਊ ਹੋਵੇ ਫੰਕਸ਼ਨ ਦੀ। ਓਕੇ ਜੀ, ਅੱਗੇ ਆਪਾਂ ਗੱਲ ਕਰਦੇ ਹਾਂ, ਇੱਕ ਆਪਾਂ ਟੌਪਿਕ ਪੜ੍ਹਦੇ ਹੁੰਦੇ ਹਾਂ ਡੈਰੀਵੇਟਿਵ ਐਂਡ ਇਟਸ ਐਪਲੀਕੇਸ਼ਨ ਦੇ ਵਿੱਚ।
ਰਿਲੇਟਿਵ ਮਿਨੀਮਾ, ਰਿਲੇਟਿਵ ਮੈਕਸੀਮਮ, ਲੋਕਲ ਮਿਨੀਮਾ, ਲੋਕਲ ਮੈਕਸੀਮਾ ਜਾਂ ਫਿਰ ਐਬਸੋਲੂਟ ਮੈਕਸੀਮਾ ਔਰ ਮਿਨੀਮਾ। ਠੀਕ ਹੈ, ਇੱਕ ਪੜ੍ਹਦੇ ਨੇ ਐਕਸਟ੍ਰੀਮ ਪੁਆਇੰਟਸ। ਇਹ ਜਦੋਂ ਆਪਾਂ ਟੌਪਿਕ ਕਰਾਂਗੇ ਡੈਰੀਵੇਟਿਵ ਦਾ, ਉਹਦੇ ਵਿੱਚ ਡਿਸਕਸ ਕਰਾਂਗੇ। ਤਾਂ ਉੱਥੇ ਐਕਸਟ੍ਰੀਮ ਵੈਲੂ, ਕ੍ਰਿਟੀਕਲ ਪੁਆਇੰਟ ਵਗੈਰਾ ਆਉਣਗੇ। ਇੱਕ ਪੁਆਇੰਟ ਹੁੰਦਾ ਪੁਆਇੰਟ ਆਫ ਇਨਫਲੈਕਸ਼ਨ। ਦੇਖੋ ਆਪਾਂ ਨੂੰ ਦਿੱਤਾ ਹੋਇਆ ਪੁਆਇੰਟ ਆਫ ਇਨਫਲੈਕਸ਼ਨ। ਇਹ ਕੀ ਹੁੰਦਾ? ਇਹਦੇ ਵਿੱਚ ਆਪਣੇ ਕੋਲ ਆਪਣਾ ਡੈਰੀਵੇਟਿਵ ਐਂਡ ਇਟਸ ਐਪਲੀਕੇਸ਼ਨ ਦੇ ਵਿੱਚ ਆਉਂਦਾ ਜੀ। ਇਹ ਆਪਾਂ ਜਦੋਂ ਡੈਰੀਵੇਟਿਵ ਟੈਸਟ ਲਾ ਕੇ ਦੇਖਦੇ ਹਾਂ ਤਾਂ ਉਹਦੇ ਵਿੱਚ ਇਹ ਚੀਜ਼ ਯੂਜ਼ ਹੁੰਦੀ ਆ ਵੀ ਪੁਆਇੰਟ ਆਫ ਇਨਫਲੈਕਸ਼ਨ ਕਿਹੜੇ ਕਿਹੜੇ ਬਣ ਰਹੇ ਨੇ। ਅਗਰ ਆਪਣੇ ਕੋਲ, ਮੈਂ ਤੁਹਾਨੂੰ ਥੋੜ੍ਹਾ ਦੱਸ ਦੇਣਾ, ਡੈਰੀਵੇਟਿਵ ਟੈਸਟ ਲਾਉਂਦੇ ਹਾਂ ਤਾਂ ਫੋਰਥ ਡੈਰੀਵੇਟਿਵ 0 ਆ ਜਾਏ ਅਤੇ ਫਿਫਥ ਡੈਰੀਵੇਟਿਵ ਨੋਟ ਇਕੁਅਲ ਟੂ 0 ਆਵੇ, ਤਾਂ ਜਿਹੜਾ ਵੀ ਉਹ ਪੁਆਇੰਟ ਦੇ ਉੱਪਰ ਆਪਾਂ ਚੈੱਕ ਕਰ ਰਹੇ ਹੁੰਦੇ ਹਾਂ ਉਹ ਪੁਆਇੰਟ ਆਫ ਇਨਫਲੈਕਸ਼ਨ ਹੁੰਦਾ। ਇਹ ਜਦੋਂ ਆਇਆ ਜੀ ਉਦੋਂ ਆਪਾਂ ਡਿਸਕਸ ਕਰ ਲਵਾਂਗੇ। ਇੱਕ ਵਾਰ ਇੱਥੇ ਹੀ ਛੱਡ ਦਿੰਦੇ ਇਹਨੂੰ। ਅਗਲੀ ਗੱਲ ਆ ਗਈ ਜੀ ਵਰਟੀਕਲ ਅਸਿਮਟੋਟਸ। ਠੀਕ ਹੈ ਜੀ, ਇਹਦੇ ਵਿੱਚ ਕੋਈ ਵਰਟੀਕਲ ਅਸਿਮਟੋਟਸ ਨਹੀਂ ਹੁੰਦਾ, ਨਾ ਹੀ ਹੌਰੀਜ਼ੌਨਟਲ। ਇਹਦੇ ਵਿੱਚ ਕਹਿਣ ਤੋਂ ਭਾਵ ਵੀ ਕੋਈ ਸਿੰਪਟੋਟਸ ਨਹੀਂ ਹੁੰਦੇ। ਜਦੋਂ ਵੀ ਸਿੰਪਟੋਟਸ ਦੀ ਗੱਲ ਆਊਗੀ ਤਾਂ ਉੱਥੇ ਆਪਾਂ ਸਿੰਪਟੋਟਸ ਬਾਰੇ ਵੀ ਡਿਸਕਸ ਕਰ ਲਾਂਗੇ ਜੀ। ਹਾਂਜੀ, ਅੱਗੇ ਆ ਗਿਆ ਪੈਰਿਟੀ। ਪੈਰਿਟੀ ਆਪਾਂ ਚੈੱਕ ਕਰਦੇ ਹਾਂ ਜੀ, ਜਿਹੜਾ ਆਪਾਂ ਨੂੰ ਫੰਕਸ਼ਨ ਗਿਵਨ ਹੁੰਦਾ ਵੀ ਉਹ ਫੰਕਸ਼ਨ ਔਡ ਆ ਜਾਂ ਫਿਰ ਈਵਨ ਆ। ਠੀਕ ਹੈ ਜੀ, ਵੈਸੇ ਆਪਾਂ ਨੂੰ ਪੜ੍ਹਿਆ ਹੋਇਆ ਜੀ ਸਾਈਨ ਹੈ ਜਿਹੜਾ ਉਹ ਔਡ ਫੰਕਸ਼ਨ ਆ। ਇਹ ਕਿੱਦਾਂ ਚੈੱਕ ਕਰ ਸਕਦੇ ਹਾਂ? ਵੈਸੇ ਸਿੱਧਾ ਆਪਣੇ ਕੋਲ ਇੱਕ ਤਰੀਕਾ ਹੁੰਦਾ ਵੀ ਆਪਾਂ ਜੋ ਵੀ ਐਕਸ ਦੀ ਵੈਲੂ ਆ ਉਹਨੂੰ ਮਾਈਨਸ ਐਕਸ ਨਾਲ ਰਿਪਲੇਸ ਕਰ ਦਿੰਦੇ ਹਾਂ। ਅਗਰ ਆਪਣੇ ਕੋਲ ਫੰਕਸ਼ਨ ਦੇ ਬਾਹਰ ਮਾਈਨਸ ਆ ਜਾਂਦਾ ਤਾਂ ਇਟ ਮੀਨਸ ਉਹ ਕੀ ਔਡ ਫੰਕਸ਼ਨ। ਅਗਰ ਉਹ ਮਾਈਨਸ ਬਾਰੇ ਨਹੀਂ ਆਉਂਦੀ, ਮਤਲਬ ਕਿ ਵੈਨਿਸ਼ ਹੋ ਫਿਨਿਸ਼ ਹੋ ਜਾਂਦੀ ਉੱਥੇ ਵਿੱਚ ਹੀ ਮਾਈਨਸ ਦਾ ਸਾਈਨ, ਤਾਂ ਉਹ ਆਪਣੇ ਕੋਲ ਈਵਨ ਫੰਕਸ਼ਨ ਆ ਜਾਂਦਾ। ਇਹ ਤਾਂ ਆਪਾਂ ਬੇਸਿਕ ਜਿਹਾ ਤਰੀਕਾ ਸਾਰੇ ਹੀ ਕਰਦੇ ਹੀ ਆਏ ਹਾਂ ਅਤੇ ਪਤਾ ਜੀ। ਆਪਾਂ ਹੁਣ ਗ੍ਰਾਫ ਤੋਂ ਕਿੱਦਾਂ ਦੇਖ ਸਕਦੇ ਹਾਂ ਕੋਈ ਫੰਕਸ਼ਨ ਆ ਜਿਹੜਾ ਉਹ ਈਵਨ ਆ ਜਾਂ ਫਿਰ ਔਡ ਆ? ਇਹਦੇ ਲਈ ਆਪਣੇ ਕੋਲ ਟੈਸਟ ਹੁੰਦਾ। ਇੱਕ ਤਾਂ ਹੁੰਦਾ ਸਿਮਟਰੀ ਟੈਸਟ। ਸਿਮਟਰੀ ਟੈਸਟ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜਾ ਤਾਂ ਹੁੰਦਾ ਈਵਨ ਫੰਕਸ਼ਨ। ਉਹਦੇ ਲਈ ਆਪਾਂ ਦੇਖਦੇ ਹਾਂ ਵੀ ਉਹ ਜਿਹੜਾ ਗ੍ਰਾਫ ਗਿਵਨ ਆ ਵੀ ਉਹ ਸਿਮੈਟ੍ਰਿਕ ਅਬਾਊਟ ਵਾਈ ਐਕਸਿਸ ਹੈਗਾ ਜਾਂ ਫਿਰ ਨਹੀਂ। ਅਗਰ ਕੋਈ ਗ੍ਰਾਫ ਸਿਮੈਟ੍ਰਿਕ ਅਬਾਊਟ ਵਾਈ ਐਕਸਿਸ ਤਾਂ ਉਹ ਫੰਕਸ਼ਨ ਕੀ ਹੁੰਦਾ? ਈਵਨ ਫੰਕਸ਼ਨ ਹੁੰਦਾ। ਹੁਣ ਇਹ ਕੀ ਗੱਲ ਬਣੀ ਜੀ, ਸਿਮੈਟ੍ਰਿਕ ਅਬਾਊਟ ਵਾਈ ਐਕਸਿਸ? ਤੁਸੀਂ ਦੇਖੋ ਜੀ ਇੱਥੇ ਵਾਈ ਐਕਸਿਸ ਆਪਾਂ ਨੂੰ ਪਤਾ ਲੱਗ ਰਿਹਾ ਜੀ, ਆ ਗਈ ਵਾਈ ਐਕਸਿਸ। ਠੀਕ ਹੈ, ਆਪਾਂ ਕੀ ਕਰਨਾ, ਫੰਕਸ਼ਨ ਚੈੱਕ ਕਰਨਾ ਵੀ ਉਹ ਈਵਨ ਹੈਗਾ ਜਾਂ ਫਿਰ ਨਹੀਂ। ਆਪਾਂ ਇਹਨੂੰ ਫੋਲਡ ਕਰ ਦਾਂਗੇ ਇੱਥੋਂ ਵਾਈ ਐਕਸਿਸ ਦੇ ਅਰਾਊਂਡ ਜੋ ਵੀ ਆਪਣੇ ਕੋਲ ਗ੍ਰਾਫ ਹੋਊਗਾ ਤਾਂ ਉਹਨੂੰ ਆਪਾਂ ਫੋਲਡ ਕਰਕੇ ਦੇਖ ਲਾਂਗੇ। ਅਗਰ ਉਹ ਸਿਮੈਟ੍ਰਿਕ ਬਣ ਗਿਆ, ਮਤਲਬ ਕਿ ਇੱਕ ਕਰਵ ਦੂਸਰੇ ਦੇ ਉੱਪਰ ਬਿਲਕੁਲ ਐਗਜ਼ੈਕਟ ਪੇਸਟ ਹੋ ਰਹੀ ਹੈ, ਹੈ ਨਾ, ਕਹਿਣ ਤੋਂ ਭਾਵ ਵੀ ਇੱਕ ਦੂਸਰੇ ਦੇ ਉੱਪਰ ਆ ਰਹੀ ਹੈ ਇੱਥੋਂ ਫੋਲਡ ਕਰਨ ਤੋਂ। ਵਾਈ ਐਕਸਿਸ ਨੂੰ ਐਕਸਿਸ ਮੰਨ ਕੇ ਆਪਾਂ ਇਹਨੂੰ ਫੋਲਡ ਕਰਾਂਗੇ। ਅਗਰ ਇੱਕ ਦੂਸਰੇ ਦੇ ਉੱਪਰ ਆ ਗਿਆ ਸਾਰਾ ਐਗਜ਼ੈਕਟ ਗ੍ਰਾਫ, ਇਟ ਮੀਨਸ ਉਹ ਫੰਕਸ਼ਨ ਕੀ ਆ? ਈਵਨ ਫੰਕਸ਼ਨ ਆ। ਅਗਰ ਨਹੀਂ ਆਇਆ ਤਾਂ ਉਹ ਫੰਕਸ਼ਨ ਈਵਨ ਫੰਕਸ਼ਨ ਨਹੀਂ ਹੈਗਾ। ਠੀਕ ਹੈ, ਬਸ ਇਹ ਤਾਂ ਹੋ ਗਿਆ ਟੈਸਟ ਈਵਨ ਫੰਕਸ਼ਨ ਵਾਸਤੇ। ਅਤੇ ਆਪਾਂ ਔਡ ਫੰਕਸ਼ਨ ਚੈੱਕ ਕਰਨ ਵਾਸਤੇ ਆਪਾਂ ਦੇਖਦੇ ਹਾਂ ਜੀ ਸਿਮੈਟਰੀ ਅਬਾਊਟ ਓਰੀਜਨ। ਓਰੀਜਨ ਦੇ ਅਬਾਊਟ ਸਿਮੈਟਰੀ। ਦੇਖੋ ਇਹ ਫੰਕਸ਼ਨ ਆਪਾਂ ਨੂੰ ਵੈਸੇ ਪਤਾ ਹੈਗਾ ਵੀ ਕੀ ਆ, ਇਹ ਫੰਕਸ਼ਨ ਆ ਔਡ ਫੰਕਸ਼ਨ। ਆਪਾਂ ਕੀ ਆ, ਸਿਮੈਟਰੀ ਅਬਾਊਟ ਇਹਦੀ ਓਰੀਜਨ ਚੈੱਕ ਕਰਾਂਗੇ। ਓਰੀਜਨ ਚੈੱਕ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਊ, ਇਹਦੀਆਂ ਦੋ ਤਹਿਾਂ ਮੋੜਨੀਆਂ ਪੈਣਗੀਆਂ। ਪਹਿਲਾਂ ਉੱਪਰਲੀ ਇਹਨੂੰ ਆਪਾਂ ਕੀ ਕਰਾਂਗੇ, ਦੋਨੋਂ ਸਾਈਡ ਇਹਨੂੰ ਫੋਲਡ ਕਰਾਂਗੇ। ਪਹਿਲਾਂ ਤਾਂ ਚਾਹੇ ਵਾਈ ਐਕਸਿਸ ਦੇ ਅਰਾਊਂਡ ਫੋਲਡ ਕਰ ਲਿਓ, ਉਸ ਤੋਂ ਬਾਅਦ ਐਕਸ ਐਕਸਿਸ ਦੇ। ਕਹਿਣ ਤੋਂ ਭਾਵ ਵੈਸੇ ਚਾਰ ਤਹਿਾਂ ਬਣ ਜਾਣਗੀਆਂ, ਮਤਲਬ ਕਿ ਇਹ ਜਿਹੜੇ ਚਾਰੇ ਕੁਆਡਰੈਂਟ ਨੇ ਇਹ ਇੱਕ ਦੂਸਰੇ ਨੂੰ ਉੱਪਰ ਆ ਜਾਣਗੇ। ਠੀਕ ਹੈ ਜੀ, ਇਹਦਾ ਗ੍ਰਾਫ ਜਦੋਂ ਆਪਾਂ ਦੇਖਾਂਗੇ ਐਗਜ਼ੈਕਟਲੀ ਇੱਕ ਦੂਸਰੇ ਦੇ ਉੱਪਰ ਆ ਜਾਊਗਾ। ਤਾਂ ਇੱਥੋਂ ਆਪਾਂ ਚੈੱਕ ਕਰ ਸਕਦੇ ਹਾਂ ਇਹ ਫੰਕਸ਼ਨ ਕੀ ਆ, ਔਡ ਫੰਕਸ਼ਨ ਆ। ਅਗਲੀ ਗੱਲ ਆ ਗਈ ਪੀਰੀਅਡ ਦੀ। ਪੀਰੀਅਡ ਕੀ ਹੁੰਦਾ? ਪੀਰੀਅਡ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਜਿਹੜਾ ਫੰਕਸ਼ਨ ਦੀ ਵੈਲੂ ਆ ਉਹ ਕਿੰਨੇ ਪੀਰੀਅਡ ਜਾਂ ਫਿਰ ਟਾਈਮ ਬਾਅਦ ਰਿਪੀਟ ਹੋਣੀ ਸਟਾਰਟ ਹੁੰਦੀ ਆ। ਇਹ ਆਪਣੇ ਕੋਲ ਟ੍ਰਿਗਨੋਮੈਟਰਿਕ ਫੰਕਸ਼ਨ ਆ। ਇਹਦੀ ਵੈਲੂ ਆਪਾਂ ਦੇਖ ਲੈਂਦੇ ਹਾਂ ਜੀ, ਆਪਾਂ ਇੱਥੋਂ ਦੇਖੀਏ ਚਾਹੇ ਕਿਤੋਂ ਵੀ ਦੇਖੀਏ। ਦੇਖੋ ਇੱਥੋਂ ਸਟਾਰਟ ਹੋਏ, ਅਗਰ ਇਹੀ ਵੈਲੂ ਦੁਬਾਰਾ, ਮਤਲਬ ਕਿ ਆਪਾਂ ਚੱਲਦੇ ਜਾਵਾਂਗੇ ਜਿੱਥੋਂ ਗ੍ਰਾਫ ਇਹਦਾ ਰਿਪੀਟ ਹੋਣਾ ਸਟਾਰਟ ਹੋ ਗਿਆ ਉੱਥੋਂ ਤੱਕ ਆਪਣਾ ਕੀ ਬਣ ਜੂਗਾ, ਪੀਰੀਅਡ ਬਣ ਜੂਗਾ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ 0 ਤੋਂ ਸਟਾਰਟ ਹੋਏ ਇੱਥੋਂ ਤੱਕ ਚੱਲਦੇ ਗਏ ਵੈਲੂ ਪਹਿਲਾਂ ਤਾਂ ਦੇਖੋ ਇਨਕਰੀਜ਼ ਹੋ ਰਹੀ ਆ, ਇਸ ਤੋਂ ਬਾਅਦ ਡਿਕਰੀਜ਼ ਹੋਣੀ ਸਟਾਰਟ ਹੋਈ, ਡਿਕਰੀਜ਼ ਹੁੰਦੀ ਗਈ 0 'ਤੇ ਪਹੁੰਚੀ। ਇਸ ਤੋਂ ਬਾਅਦ ਫਿਰ ਡਿਕਰੀਜ਼ ਹੋਣੀ ਸਟਾਰਟ ਹੋ ਗਈ, ਇਸ ਤੋਂ ਬਾਅਦ ਫਿਰ ਇਨਕਰੀਜ਼ ਹੋਣੀ ਸਟਾਰਟ ਹੋ ਗਈ। ਦੇਖੋ ਜੀ ਇੱਥੇ ਪਹੁੰਚ ਕੇ ਗ੍ਰਾਫ ਕੀ ਹੋਣਾ ਸਟਾਰਟ ਹੋ ਗਿਆ, ਰਿਪੀਟ ਹੋਣਾ ਸਟਾਰਟ ਹੋ ਗਿਆ। ਦੇਖੋ ਇੱਥੋਂ ਵਾਲਾ ਸੇਮ ਗ੍ਰਾਫ ਇੱਥੋਂ ਸਟਾਰਟ ਹੋ ਰਿਹਾ। ਇਸੇ ਤਰ੍ਹਾਂ ਇਹ ਅੱਗੇ ਚੱਲਦਾ ਜਾਊਗਾ, ਇਹ ਬਹੁਤ ਦੂਰ ਤੱਕ ਜਾਊਗਾ। ਇਸੇ ਤਰ੍ਹਾਂ ਹੀ ਗ੍ਰਾਫ ਦੀ ਵੈਲੂ ਕੀ ਹੁੰਦੀ ਜਾਊਗੀ, ਰਿਪੀਟ ਹੁੰਦੀ ਜਾਊਗੀ। ਕਹਿਣ ਤੋਂ ਭਾਵ ਵੀ ਇਸ ਤੋਂ ਬਾਅਦ ਪੀਰੀਅਡ ਤੋਂ ਬਾਅਦ ਆਪਣੇ ਪੀਰੀਅਡ ਤੋਂ ਬਾਅਦ ਗ੍ਰਾਫ ਕੀ ਹੈ, ਵਾਰ-ਵਾਰ ਰਿਪੀਟ ਹੁੰਦਾ ਜਾਂਦਾ। ਇਸੇ ਤਰ੍ਹਾਂ ਇੱਧਰਲੀ ਸਾਈਡ ਵੀ ਕੀ ਹੁੰਦਾ ਜਾਊਗਾ, ਇਹ ਰਿਪੀਟ ਹੁੰਦਾ ਜਾਊਗਾ।
ਤਾਂ ਆਪਾਂ ਦੇਖ ਸਕਦੇ ਹਾਂ ਇੱਥੇ ਵੈਲਿਊ 0 ਸੀ, ਇੱਥੇ ਕੀ ਆ π/2, ਇੱਥੇ ਪਾਈ, ਇੱਥੇ 3π/2, ਇੱਥੇ 2π ਤੋਂ ਬਾਅਦ ਹੀ ਇਹ ਫੰਕਸ਼ਨ ਜਿਹੜਾ ਉਹ ਰਿਪੀਟ ਹੋਣਾ ਸਟਾਰਟ ਹੋਇਆ। ਇਸੇ ਕਰਕੇ ਇਹਦਾ ਪੀਰੀਅਡ ਕੀ ਆ ਗਿਆ 2π ਆ ਗਿਆ। ਇਸੇ ਤਰ੍ਹਾਂ ਆਪਾਂ ਦੂਸਰਿਆਂ ਦੇ ਵਿੱਚ ਦੇਖਾਂਗੇ ਜਿਵੇਂ ਕਿ cos x ਜਾਂ ਫਿਰ ਟੈਜੈਂਟ tan x cot x ਦੇ ਵਿੱਚ ਵੀ ਆਪਾਂ ਪੀਰੀਅਡ ਦੀ ਗੱਲ ਕਰਾਂਗੇ ਵੀ ਜਿਹੜਾ ਉਹਦਾ ਫੰਕਸ਼ਨ ਦਾ ਗ੍ਰਾਫ ਆ ਉਹ ਵੀ ਕਿੰਨੇ ਪੀਰੀਅਡ ਬਾਅਦ ਰਿਪੀਟ ਹੋਣਾ ਸਟਾਰਟ ਹੁੰਦਾ। ਇਹ ਸਿੰਪਲ ਜੀ ਗੱਲ ਸੀ ਪੀਰੀਅਡ ਦੀ। ਮੋਨੋਟੋਨਿਸਿਟੀ ਵੀ ਸਿੰਪਲ ਜੀ ਗੱਲ ਆ ਜੀ, ਫੰਕਸ਼ਨ ਕਿਹੜੇ ਇੰਟਰਵਲ ਦੇ ਵਿੱਚ ਇਨਕਰੀਜ਼ ਹੋ ਰਿਹਾ, ਕਿਹੜੇ ਇੰਟਰਵਲ ਦੇ ਵਿੱਚ ਡਿਕਰੀਜ਼ ਹੋ ਰਿਹਾ। ਦੇਖੋ ਇਹਦੇ ਵਿੱਚ ਵੈਲੂ ਲਿਖ ਰੱਖੀ ਆ, ਇੰਟਰਵਲ ਦਿੱਤੇ ਹੋਏ ਨੇ ਵੀ ਕਿਹੜੇ ਇੰਟਰਵਲਸ ਦੇ ਵਿੱਚ ਫੰਕਸ਼ਨ ਦੀ ਵੈਲੂ ਇਨਕਰੀਜ਼ ਕਰ ਰਹੀ ਆ, ਕਿਹੜੇ ਦੇ ਵਿੱਚ ਡਿਕਰੀਜ਼। ਤੁਸੀਂ ਦੇਖ ਸਕਦੇ ਹੋ ਸਾਈਨ ਵਾਸਤੇ ਗਿਵਨ ਆ n1 ਦੀ ਆਪਾਂ ਵੈਲੂ ਟੀਜ਼ਰ ਦੇ ਵਿੱਚ ਕੋਈ ਵੀ ਪੁੱਟ ਕਰਦੇ ਜਾਵਾਂਗੇ ਤਾਂ ਉਹ ਪੀਰੀਅਡ ਆਪਣੇ ਕੋਲੇ ਇੰਟਰਵਲ ਆਉਂਦੇ ਜਾਣਗੇ ਸੌਰੀ। ਫਿਰ ਆਪਾਂ ਦੇਖ ਸਕਦੇ ਹਾਂ ਜੀ ਇੱਥੋਂ ਆਪਾਂ ਗ੍ਰਾਫ ਤੋਂ ਵੀ ਜੱਜ ਕਰ ਸਕਦੇ ਹਾਂ। ਦੇਖੋ ਇੱਥੋਂ ਦੇਖਦੇ ਹਾਂ 0 ਤੋਂ ਬਾਅਦ ਕੀ ਆ, ਆਪਾਂ ਜਨਰਲੀ ਫਸਟ ਕੁਆਡਰੈਂਟ 'ਚ ਜਾਂਦੇ ਹਾਂ ਪਹਿਲਾਂ। 0 ਤੋਂ ਹੋਏ ਸਟਾਰਟ, ਸਾਈਨ ਦੀ ਵੈਲੂ ਕੀ ਕਰ ਰਹੀ ਹੈ ਇਨਕਰੀਜ਼ ਕਰ ਰਹੀ ਹੈ, ਇਨਕਰੀਜ਼ ਕਰਦੀ ਇੱਥੇ ਤੱਕ ਪਹੁੰਚਦੇ ਕੀ ਹੋ ਗਈ ਮੈਕਸੀਮਮ ਹੋ ਗਈ। ਠੀਕ ਹੈ, ਮੈਕਸੀਮਮ ਤੋਂ ਬਾਅਦ ਇਸ ਤੋਂ ਬਾਅਦ ਫਿਰ ਡਿਕਰੀਜ਼ ਹੋਣੀ ਸਟਾਰਟ ਹੋਈ ਜੀ, ਅੱਗੇ ਜਾਂਦੀ ਡਿਕਰੀਜ਼ ਹੁੰਦੀ ਗਈ ਵੈਲੂ, ਇੱਥੇ ਹੋ ਗਈ 0। ਠੀਕ ਹੈ, 0 'ਤੇ ਮਿਨੀਮਮ ਨਹੀਂ ਹੋਈ, 0 ਤੋਂ ਬਾਅਦ ਫਿਰ ਡਿਕਰੀਜ਼ ਕਰਦੀ ਗਈ ਇੱਥੋਂ ਤੱਕ ਪਹੁੰਚੇ। ਇੱਥੋਂ ਤੱਕ ਇੰਨੀ ਕੁ ਡਿਕਰੀਜ਼ ਕਰ ਗਈ ਕਿ ਇਸ ਤੋਂ ਬਾਅਦ ਹੋਰ ਡਿਕਰੀਜ਼ ਨਹੀਂ ਕਰ ਸਕਦੀ। ਇਹ ਆ ਗਿਆ ਜੀ ਪੁਆਇੰਟ ਆਫ ਮਿਨੀਮਮ, ਜਿੱਥੇ ਤੱਕ ਵੈਲੂ ਕੀ ਹੋ ਗਈ ਮਿਨੀਮਮ ਹੋ ਗਈ। ਠੀਕ ਹੈ ਜੀ, ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਕੀ ਕਰ ਰਿਹਾ ਗ੍ਰਾਫ ਡਿਕਰੀਜ਼ ਕਰ ਰਿਹਾ, ਅੱਗੇ ਜਾ ਕੇ ਫਿਰ ਕੀ ਹੋਣਾ ਸਟਾਰਟ ਹੋ ਗਿਆ ਇਨਕਰੀਜ਼ ਹੋਣਾ ਸਟਾਰਟ ਹੋ ਗਿਆ। ਇਹ ਇੰਟਰਵਲ ਦੀ ਗੱਲ ਕੀਤੀ ਗਈ ਆ ਵੀ ਗ੍ਰਾਫ ਕਿਹੜੇ ਇੰਟਰਵਲ ਦੇ ਵਿੱਚ ਇਨਕਰੀਜ਼ਿੰਗ ਆ ਜਾਂ ਫਿਰ ਡਿਕਰੀਜ਼ਿੰਗ ਆ। ਇਹ ਆਪਾਂ ਦੇਖ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ। ਇੱਕ ਆਪਣੇ ਕੋਲ ਹੁੰਦਾ ਵੀ ਫੰਕਸ਼ਨ 1 ਹੈ, ਮੈਨੀ 1 ਆ ਜਾਂ ਫਿਰ ਕੁਛ ਹੋਰ ਆ। ਠੀਕ ਹੈ, ਉਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ। ਉਹਦੇ ਵੀ ਆਪਾਂ ਗ੍ਰਾਫ ਤੋਂ ਚੈੱਕ ਕਰ ਸਕਦੇ ਹਾਂ ਵੀ ਫੰਕਸ਼ਨ ਜਿਹੜਾ ਉਹ 1 ਆ ਮੈਨੀ 1 ਆ। ਠੀਕ ਹੈ, 1 ਉਹ ਫੰਕਸ਼ਨ ਹੁੰਦਾ ਜਿਹਦੀ ਵੈਲੂ ਹਰ ਇੱਕ ਅਲੱਗ ਪੁਆਇੰਟ ਵਾਸਤੇ ਫੰਕਸ਼ਨ ਦੀ ਵੈਲੂ ਅਲੱਗ ਆ ਰਹੀ ਆ, ਪਰ ਜਿਹਦੇ ਵਿੱਚ ਅਲੱਗ-ਅਲੱਗ ਕਹਿਣ ਤੋਂ ਭਾਵ ਵੀ ਇੱਕ ਤੋਂ ਜ਼ਿਆਦਾ 2 ਪੁਆਇੰਟ ਨੇ, ਮੰਨ ਲਓ 2 ਪੁਆਇੰਟਾਂ ਦੇ ਉੱਪਰ ਵੈਲੂ ਸੇਮ ਆ ਰਹੀ ਹੈ। ਇਹਦਾ ਮਤਲਬ ਮੈਨੀ 1 ਉਹ ਫੰਕਸ਼ਨ, ਮਤਲਬ ਕਿ ਮੈਨੀ ਪੁਆਇੰਟਸ ਦੇ ਉੱਪਰ ਵੈਲੂ ਕੀ ਆ ਰਹੀ ਆ ਸੇਮ ਆ ਰਹੀ ਹੈ। ਠੀਕ ਹੈ, ਦੇਖੋ ਇਹ ਜਿਹੜਾ ਸਾਈਨ ਦਾ ਆਪਾਂ ਗ੍ਰਾਫ ਆ ਆਪਾਂ ਦੇਖ ਸਕਦੇ ਹਾਂ ਇਹ ਕੀ ਹੋਊਗਾ, ਆਪਾਂ ਨੂੰ ਵੈਸੇ ਹੀ ਆਈਡੀਆ ਲੱਗ ਜਾਂਦਾ ਗ੍ਰਾਫ ਦੇਖ ਕੇ ਇਹ ਕੀ ਆ ਮੈਨੀ 1 ਫੰਕਸ਼ਨ ਆ। ਹੁਣ ਆਪਾਂ ਦੇਖ ਵੀ ਲੈਂਦੇ ਹਾਂ ਵੀ ਕਿੱਦਾਂ ਇਹਨੂੰ ਆਪਾਂ ਚੈੱਕ ਕਰਨ ਦਾ ਵੀ ਤੁਹਾਨੂੰ ਟੈਸਟ ਦੱਸੂਗਾ ਵੀ ਕਿਹੜਾ ਟੈਸਟ ਆਪਾਂ ਲਾ ਸਕਦੇ ਇਹਨੂੰ ਚੈੱਕ ਕਰਨ ਵਾਸਤੇ। ਕੋਈ ਵੀ ਮਤਲਬ ਗ੍ਰਾਫ ਹੋਵੇ ਵੀ 1 ਜਾਂ ਫਿਰ ਮੈਨੀ 1 ਗ੍ਰਾਫ, ਉਹਨੂੰ ਚੈੱਕ ਕਰਨ ਵਾਸਤੇ ਵੀ ਕਿਹੜਾ ਤਰੀਕਾ ਆਪਾਂ ਯੂਜ਼ ਕਰ ਸਕਦੇ ਹਾਂ। ਦੇਖੋ ਆਹ ਪੁਆਇੰਟ ਦੇ ਉੱਪਰ ਫੰਕਸ਼ਨ ਦੀ ਵੈਲੂ ਕੀ ਹੈ ਮੈਕਸੀਮਮ ਆ, ਆਹ ਪੁਆਇੰਟ ਦੇ ਉੱਪਰ ਵੀ ਵੈਲੂ ਮੈਕਸੀਮਮ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪੁਆਇੰਟ ਆਉਂਦੇ ਜਾਣਗੇ ਜਿੱਥੇ ਵੈਲੂ ਇਹਦੀ ਮੈਕਸੀਮਮ ਹੁੰਦੀ ਗਈ। ਠੀਕ ਹੈ ਜੀ, ਜਾਂ ਆਪਾਂ ਮੈਕਸੀਮਮ ਤੋਂ ਬਿਨਾਂ ਦੇਖੋ ਆਹ ਪੁਆਇੰਟ ਦੇ ਉੱਪਰ ਵੈਲੂ ਸੇਮ ਆ, ਆਹ ਪੁਆਇੰਟ ਦੇ ਉੱਪਰ ਵੈਲੂ ਸੇਮ ਆ, ਆਹ ਪੁਆਇੰਟ ਦੇ। ਇਸੇ ਤਰ੍ਹਾਂ ਆਪਾਂ ਹੋਰ ਵੀ ਪੁਆਇੰਟ ਜ਼ਰੂਰੀ ਨਹੀਂ ਹੈਗਾ ਮੈਕਸੀਮਮ ਮਿਨੀਮਮ ਹੀ ਹੋਵੇ, ਆਪਾਂ ਹੋਰ ਪੁਆਇੰਟ ਦੇ ਉੱਪਰ ਵੀ ਦੇਖੋ ਆਹ ਪੁਆਇੰਟ ਦੇਖੋ ਇੱਥੇ ਵੈਲੂ ਕਿੰਨੀ ਆ, ਇੱਥੇ ਵੈਲੂ ਕਿੰਨੀ ਆ, ਇੱਥੇ ਵੈਲੂ ਕਿੰਨੀ ਆ। ਠੀਕ ਆ, ਹਰ ਇੱਕ ਪੁਆਇੰਟ ਦੇ ਉੱਪਰ ਆਪਾਂ ਦੇਖ ਰਹੇ ਹਾਂ ਵੀ ਇੱਕ ਤੋਂ ਜ਼ਿਆਦਾ ਪੁਆਇੰਟ ਦੇ ਉੱਪਰ ਵੈਲੂ ਫੰਕਸ਼ਨ ਦੀ ਕੀ ਆ ਰਹੀ ਹੈ ਸੇਮ ਆ ਰਹੀ ਹੈ। ਕਹਿਣ ਤੋਂ ਭਾਵ ਇੱਥੋਂ ਕੀ ਸਿੱਧ ਹੋ ਗਿਆ ਵੀ ਜਿਹੜਾ ਇਹ ਫੰਕਸ਼ਨ ਆ ਇਹ ਕੀ ਆ ਮੈਨੀ 1 ਆ। ਠੀਕ ਹੈ, ਓਕੇ, ਇਹ ਗੱਲ ਹੋ ਗਿਆ ਮੈਨੀ 1 ਦੀ ਗੱਲ। ਹੁਣ ਆਪਾਂ ਗ੍ਰਾਫ ਤੋਂ ਕਿੱਦਾਂ ਦੇਖਾਂਗੇ, ਗ੍ਰਾਫ ਤੋਂ ਦੇਖਣ ਵਾਸਤੇ ਇੱਕ ਜੀ ਆਪਣੇ ਕੋਲੇ ਹੌਰੀਜ਼ੌਂਟਲ ਲਾਈਨ ਟੈਸਟ ਹੁੰਦਾ। ਹੌਰੀਜ਼ੌਂਟਲ ਲਾਈਨ ਟੈਸਟ ਕੀ ਹੁੰਦਾ, ਦੇਖੋ ਮੈਂ ਤੁਹਾਨੂੰ ਦੱਸਦਾ। ਹੌਰੀਜ਼ੌਂਟਲ ਲਾਈਨ ਆਹ ਹੁੰਦੀ, ਐਕਸ ਐਕਸਿਸ ਕੀ ਹੁੰਦੀ ਆ ਹੌਰੀਜ਼ੌਂਟਲ ਲਾਈਨ ਹੁੰਦੀ ਆ, ਵਾਈ ਐਕਸਿਸ ਕੀ ਹੁੰਦੀ ਆ ਵਰਟੀਕਲ ਲਾਈਨ ਹੁੰਦੀ ਹੈ। ਇਹ ਆਪਾਂ ਸਾਰੇ ਜਾਣਦੇ ਹਾਂ। ਦੇਖੋ ਐਕਸ ਐਕਸਿਸ ਖੁਦ ਵੀ ਕੀ ਹੈ ਇੱਕ ਹੌਰੀਜ਼ੌਂਟਲ ਲਾਈਨ ਆ, ਇਹਦੇ ਇੱਕ ਜਿਹੜੀ ਪੈਰਲਲ ਲਾਈਨ ਹੋਊਗੀ ਉਹ ਵੀ ਕੀ ਹੋਊਗੀ ਹੌਰੀਜ਼ੌਂਟਲੀ ਲਾਈਨ ਹੋਊਗੀ ਜਿਹੜੀ ਐਕਸ ਐਕਸਿਸ ਦੇ ਪੈਰਲਲ। ਹੁਣ ਆਪਾਂ ਕੋਈ ਵੀ ਲਾਈਨ ਚਾਹੇ ਐਕਸ ਐਕਸਿਸ ਲਈਏ, ਦੇਖੋ ਐਕਸ ਐਕਸਿਸ ਨੂੰ ਆਪਾਂ ਡਰਾ ਕੀਤਾ, ਇਹ ਜਿਹੜਾ ਫੰਕਸ਼ਨ ਦੇ ਗ੍ਰਾਫ ਨੂੰ ਕਿੰਨੇ ਪੁਆਇੰਟ ਦੇ ਉੱਪਰ ਕੱਟ ਕਰ ਰਹੀ ਹੈ, ਦੇਖੋ ਬਹੁਤ ਸਾਰੇ ਪੁਆਇੰਟ, ਦੇਖੋ ਆਹ ਪੁਆਇੰਟ ਦੇ ਉੱਪਰ, ਆਹ ਪੁਆਇੰਟ ਦੇ ਉੱਪਰ, ਆਹ ਪੁਆਇੰਟ ਦੇ ਉੱਪਰ। ਇਸੇ ਤਰ੍ਹਾਂ ਇਹ ਕੀ ਹੈ ਬਹੁਤ ਸਾਰੇ ਪੁਆਇੰਟ ਦੇ ਉੱਪਰ ਕੱਟ ਕਰ ਰਹੀ ਆ, ਇਹਦਾ ਮਤਲਬ ਇੱਕ ਤੋਂ ਜ਼ਿਆਦਾ ਪੁਆਇੰਟ ਦੇ ਉੱਪਰ ਕੱਟ ਕਰ ਰਹੀ ਆ, ਇਹਦਾ ਮਤਲਬ ਕੀ ਹੈ ਇਹ ਮੈਨੀ 1 ਫੰਕਸ਼ਨ ਆ। ਅਗਰ ਇਹ ਗ੍ਰਾਫ ਕਿਸੇ ਵੀ ਫੰਕਸ਼ਨ ਦੇ ਗ੍ਰਾਫ ਨੂੰ ਕੋਈ ਹੌਰੀਜ਼ੌਂਟਲ ਲਾਈਨ ਆ ਸਿਰਫ ਸਿੰਗਲ ਪੁਆਇੰਟ ਦੇ ਉੱਪਰ ਉਹ ਕੱਟ ਕਰਦੀ ਹੈ, ਇਟ ਮੀਨਸ ਉਹ ਫੰਕਸ਼ਨ ਕੀ ਆ 1 ਆ। ਇਹ ਵੀ ਮੈਂ ਤੁਹਾਨੂੰ ਦੱਸ ਦੇਣਾ 1 ਫੰਕਸ਼ਨ ਦੀ ਵੀ ਐਗਜ਼ਾਮਪਲ ਲੈ ਕੇ ਦੱਸ ਦੇਣਾ। ਅਤੇ ਇਸੇ ਤਰ੍ਹਾਂ ਇਹ ਆਪਾਂ ਟੈਸਟ ਲਾ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਲਾਈਨ ਜ਼ਰੂਰੀ ਨਹੀਂ ਹੈਗਾ ਐਕਸ ਐਕਸਿਸ ਲਈਏ, ਆਪਾਂ ਐਕਸ ਐਕਸਿਸ ਦੇ ਪੈਰਲਲ ਹੋਰ ਲਾਈਨ ਲੈਤੀ, ਮੰਨ ਲਓ ਇੱਥੇ ਡਰਾ ਕਰ ਰਿਹਾ ਮੈਂ, ਆਹ ਲਾਈਨ ਡਰਾ ਕਰ ਰਿਹਾ, ਤੁਸੀਂ ਦਿਮਾਗ ਦੇ ਵਿੱਚ ਸੋਚਣੀ ਇੱਥੇ ਲਾਈਨ ਡਰਾ ਕਰਤੀ, ਦੇਖੋ ਆਹ ਪੁਆਇੰਟ ਦੇ ਉੱਪਰ ਕੱਟ ਕਰੂਗੀ,
ਆਹ ਪੁਆਇੰਟ ਦੇ ਉੱਪਰ ਕੱਟ ਕਰੂਗੀ ਉਹ ਲਾਈਨ ਆਹ ਪੁਆਇੰਟ ਦੇ, ਇਸੇ ਤਰ੍ਹਾਂ ਅੱਗੇ ਅੱਗੇ ਕੱਟ ਕਰਦੀ ਜਾਊ, ਆਹ ਪੁਆਇੰਟ ਦੇ ਉੱਪਰ ਵੀ ਕੱਟ ਕਰੂਗੀ, ਇਹਦੇ ਉੱਪਰ ਵੀ ਕੱਟ ਕਰੂਗੀ। ਤਾਂ ਇੱਕ ਤੋਂ ਜ਼ਿਆਦਾ ਪੁਆਇੰਟਸ ਨੂੰ ਕੱਟ ਕਰ ਰਹੀ ਆ ਫੰਕਸ਼ਨ ਦੇ, ਮਤਲਬ ਫੰਕਸ਼ਨ ਦੇ ਗ੍ਰਾਫ ਨੂੰ ਕੱਟ ਕਰ ਰਹੀ ਹੈ, ਇਹਦਾ ਮਤਲਬ ਉਹ ਮੈਨੀ ਵਨ ਫੰਕਸ਼ਨ। ਹੁਣ ਆ ਗਿਆ ਆਪਣੇ ਕੋਲੇ ਵਨ ਫੰਕਸ਼ਨ ਕਿਹੜਾ ਹੁੰਦਾ। ਵਨ ਫੰਕਸ਼ਨ ਮਤਲਬ ਕਿ ਜਿਵੇਂ ਆਪਣੇ ਕੋਲੇ ਐਫ ਐਕਸ ਇਕੁਅਲ ਟੂ ਐਕਸ ਲੈ ਲਈਏ, ਠੀਕ ਹੈ। ਐਕਸ ਦੀ ਵੈਲੂ ਆਪਾਂ ਹਰ ਵਾਰ ਚੇਂਜ ਕਰਦੇ ਜਾਵਾਂਗੇ, ਹਰ ਵਾਰ ਐਫ ਐਕਸ ਦੀ ਵੈਲੂ ਕੀ ਆਉਂਦੀ ਜਾਊ, ਡਿਫਰੈਂਟ ਆਉਂਦੀ ਜਾਊਗੀ, ਠੀਕ ਹੈ। ਮੰਨ ਲਓ ਵਾਈ ਇਕੁਅਲ ਟੂ ਐਕਸ ਜਾਂ ਫਿਰ ਐਫ ਐਕਸ ਇਕੁਅਲ ਟੂ ਐਕਸ ਦਾ ਗ੍ਰਾਫ ਆਪਣੇ ਕੋਲ ਕੀ ਹੁੰਦਾ, ਇਸ ਤਰ੍ਹਾਂ ਲਾਈਨ ਹੁੰਦੀ ਹੈ। ਦੇਖੋ ਮੇਰੇ ਕਰਸਰ ਵੱਲ ਧਿਆਨ ਰੱਖਿਓ, ਇਸ ਤਰ੍ਹਾਂ ਇੱਥੋਂ ਇੱਦਾਂ ਓਰੀਜਨ ਵਿੱਚ ਦੀ ਪਾਸ ਹੋ ਕੇ ਜਾਂਦੀ ਹੈ, ਇੱਦਾਂ ਲਾਈਨ ਹੁੰਦੀ ਹੈ, ਠੀਕ ਹੈ, ਇਸ ਤਰ੍ਹਾਂ ਜਾਂਦੀ ਹੈ। ਜਿੱਦਾਂ ਆਪਾਂ ਦੇਖਦੇ ਹਾਂ ਵੈਲੂ, ਆਪਣੇ ਕੋਲ ਹੋਰ ਵੀ ਗ੍ਰਾਫ ਹੁੰਦੇ ਨੇ ਬਹੁਤ ਸਾਰੇ, ਜਿੱਦਾਂ ਆਪਾਂ ਲੌਗ ਐਕਸ ਦੀ ਗੱਲ ਕਰੀਏ, ਹੈ ਨਾ, ਲੌਗ ਐਕਸ ਦਾ ਗ੍ਰਾਫ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਐਕਸਪੋਨੈਂਸ਼ੀਅਲ ਦਾ ਦੇਖਿਆ ਹੋਣਾ, ਉਹ ਵਨ ਗ੍ਰਾਫ ਨੇ। ਉਹਦੇ ਵਿੱਚ ਵੀ ਆਪਾਂ ਦੇਖੋ ਆਪਣੇ ਕੋਲੇ ਇੱਥੋਂ ਲਾਈਨ ਆਪਣੇ ਦਿਮਾਗ ਦੇ ਵਿੱਚ ਸੋਚ ਲਈ, ਆਪਾਂ ਇਹਦੇ 'ਤੇ ਹੌਰੀਜ਼ੌਂਟਲ ਲਾਈਨ ਟੈਸਟ ਕਰਾਂਗੇ, ਇੱਥੇ ਲਾਈਏ ਚਾਹੇ ਹੌਰੀਜ਼ੌਂਟਲ ਲਾਈਨ, ਚਾਹੇ ਇੱਥੇ ਲਾਈਏ, ਇਹ ਜਿਹੜੀ ਕਰਵ ਹੋਊਗੀ ਉਹਨੂੰ ਸਿਰਫ ਇੱਕ ਪੁਆਇੰਟ ਦੇ ਉੱਪਰ ਹੀ ਕੱਟ ਕਰੂਗੀ, ਠੀਕ ਹੈ, ਇੱਕ ਤੋਂ ਜ਼ਿਆਦਾ ਨਹੀਂ ਕਰੂਗੀ। ਇਹਦਾ ਮਤਲਬ ਉਹ ਫੰਕਸ਼ਨ ਕੀ ਆ, ਵਨ ਫੰਕਸ਼ਨ ਆ। ਇਹ ਤੁਸੀਂ ਨੋਟ ਕਰ ਲਿਓ, ਧਿਆਨ 'ਚ ਰੱਖਣੀ ਹੈ ਗੱਲ, ਹਮੇਸ਼ਾ ਹੀ ਲਾਗੂ ਹੋਊਗੀ। ਬਹੁਤ ਸਾਰੇ ਫੰਕਸ਼ਨ ਦੇ ਉੱਪਰ ਆਪਾਂ ਟੈਸਟ ਲਾਵਾਂਗੇ, ਇਹ ਗ੍ਰਾਫ ਤੋਂ ਹੀ ਸਾਰਾ ਕੁਛ ਆਪਣੇ ਕੋਲ ਕਲੀਅਰ ਹੋ ਜਾਂਦਾ ਵੀ ਉਹਦੀਆਂ ਕੀ ਪ੍ਰੋਪਰਟੀਜ਼ ਨੇ ਫੰਕਸ਼ਨ ਦੀਆਂ। ਅਗਰ ਆਪਾਂ ਨੂੰ ਗ੍ਰਾਫ ਚੰਗੀ ਤਰ੍ਹਾਂ ਆਉਂਦੇ ਨੇ ਤਾਂ ਆਪਾਂ ਬਹੁਤ ਕੁਛ ਈਜ਼ੀਲੀ ਤਰੀਕੇ ਨਾਲ ਸਮਝ ਸਕਦੇ ਹਾਂ ਸਾਰੀਆਂ ਚੀਜ਼ਾਂ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕੰਟੀਨਿਊਟੀ ਦੀ। ਹੁਣ ਆਪਾਂ ਕੰਟੀਨਿਊਟੀ ਬਾਰੇ ਵੀ ਥੋੜ੍ਹਾ ਜਿਹਾ ਡਿਸਕਸ ਕਰ ਹੀ ਲਈਏ। ਕੰਟੀਨਿਊਟੀ ਆਫ ਫੰਕਸ਼ਨ ਆਪਾਂ ਕਿੱਦਾਂ ਚੈੱਕ ਕਰਨੀ ਹੈ ਗ੍ਰਾਫ ਤੋਂ, ਜਿਹੜਾ ਫੰਕਸ਼ਨ ਕਿਤੇ ਵੀ ਬ੍ਰੇਕ ਨਾ ਹੋ ਰਿਹਾ, ਪਹਿਲੀ ਗੱਲ ਤਾਂ ਉਹ ਹੁੰਦਾ ਕੰਟੀਨਿਊ ਫੰਕਸ਼ਨ, ਮਤਲਬ ਕਿ ਆਪਣੇ ਇੰਟਰਵਲ ਦੇ ਵਿੱਚ ਕੀ ਨਾ ਹੋਵੇ, ਉਹ ਕਿਤੇ ਵੀ ਕਿਸੇ ਵੀ ਪੁਆਇੰਟ ਦੇ ਉੱਪਰ ਬ੍ਰੇਕ ਨਾ ਹੋਵੇ, ਕਹਿਣ ਤੋਂ ਭਾਵ ਉਹਦੀ ਵੈਲੂ ਕੰਟੀਨਿਊ ਚੱਲੇ। ਤੁਸੀਂ ਇੱਥੇ ਸਾਈਨ ਐਕਸ ਦਾ ਗ੍ਰਾਫ ਦੇਖੋ ਥੋੜ੍ਹਾ ਜਿਹਾ ਧਿਆਨ ਨਾਲ, ਸਾਰੇ ਕਿਤੇ ਵੀ ਕੀ ਚੱਲ ਰਿਹਾ ਹੈ, ਬੜਾ ਸਮੂਥਲੀ ਉੱਪਰ ਜਾ ਰਿਹਾ, ਨੀਚੇ ਜਾ ਰਿਹਾ, ਇਹ ਕੀ ਹੈ, ਕੰਟੀਨਿਊ ਰਹਿ ਰਹੀ ਹੈ ਵੈਲੂ। ਆਪਾਂ ਦੇਖਾਂਗੇ ਇਹਦੀ ਵੈਲੂ ਕਿਤੇ ਵੀ ਜਾ ਕੇ ਬ੍ਰੇਕ ਨਹੀਂ ਹੋ ਰਹੀ, ਬਹੁਤ ਦੂਰ ਤੱਕ ਇਹਦੀ ਵੈਲੂ ਆਪਾਂ ਲੈ ਕੇ ਜਾ ਸਕਦੇ ਹਾਂ। ਦੇਖੋ ਮੈਂ ਜ਼ੂਮ ਆਊਟ ਕਰ ਰਿਹਾ, ਕਿੱਥੇ ਤੱਕ ਵੈਲੂ ਜਾ ਰਹੀ ਹੈ, ਐਂਡ ਨਹੀਂ ਹੈਗਾ ਇਹਦਾ ਕੋਈ, ਬਹੁਤ ਅੱਗੇ ਤੱਕ ਜਾਊਗੀ। ਆਪਾਂ ਸਿੰਪਲੀ ਗੱਲ ਕਰ ਲੈਂਦੇ ਹਾਂ ਵੀ ਕੰਟੀਨਿਊਟੀ ਕਿੱਦਾਂ ਚੈੱਕ ਕਰਨੀ ਹੈ। ਦੇਖੋ ਆਪਾਂ ਜਿਹੜਾ ਗ੍ਰਾਫ ਹੋਇਆ, ਠੀਕ ਹੈ, ਆਪਾਂ ਗ੍ਰਾਫ ਡਰਾ ਕਰ ਰਹੇ ਹਾਂ ਕਿਸੇ ਵੀ ਚੀਜ਼ ਦਾ, ਇਹ ਫੰਕਸ਼ਨ ਦਾ ਗ੍ਰਾਫ ਡਰਾ ਕਰਨ ਲੱਗੇ, ਅਗਰ ਆਪਾਂ ਨੂੰ ਪੈਨ ਚੱਕਣਾ ਪੈ ਗਿਆ ਕਿਸੇ ਵੀ ਪੁਆਇੰਟ ਦੇ ਉੱਪਰ, ਪੈਨ ਚੱਕ ਕੇ ਦੁਬਾਰਾ ਰੱਖਣਾ ਪੈ ਗਿਆ, ਇਟ ਮੀਨਸ ਉਹ ਜਿਹੜਾ ਗ੍ਰਾਫ ਆ ਜਾਂ ਫਿਰ ਉਹ ਫੰਕਸ਼ਨ ਉਹ ਕੰਟੀਨਿਊ ਨਹੀਂ ਹੈਗਾ। ਜਿਹੜਾ ਗ੍ਰਾਫ ਦੇ ਵਿੱਚ ਆਪਾਂ ਨੂੰ ਪੈਨ ਨਹੀਂ ਚੱਕਣਾ ਪਿਆ, ਠੀਕ ਹੈ, ਮਤਲਬ ਕਿ ਦੇਖੋ ਆਹ ਇਹਦਾ ਆਪਾਂ ਗ੍ਰਾਫ ਡਰਾ ਕਰੀਏ ਸਾਈਨ ਐਕਸ ਦਾ, ਆਪਾਂ ਨੂੰ ਕਿਤੇ ਵੀ ਪੈਨ ਚੱਕਣ ਦੀ ਲੋੜ ਨਹੀਂ, ਆਪਾਂ ਇੱਦਾਂ ਹੀ ਮੌਜਾਂ ਨਾਲ ਡਰਾ ਅੱਗੇ ਕਰਦੇ ਜਾਵਾਂਗੇ। ਇਹ ਕੀ ਆ, ਫੰਕਸ਼ਨ ਕੰਟੀਨਿਊ ਹੈ, ਠੀਕ ਹੈ। ਇਸੇ ਤਰ੍ਹਾਂ ਆਪਾਂ ਹੋਰ ਫੰਕਸ਼ਨ ਵਾਸਤੇ ਵੀ ਗ੍ਰਾਫ ਤੋਂ ਦੇਖ ਸਕਦੇ ਹਾਂ, ਜਿਹਦੇ ਗ੍ਰਾਫ ਦੇ ਵਿੱਚ ਆਪਾਂ ਨੂੰ ਪੈਨ ਚੱਕਣ ਦੀ ਲੋੜ ਨਾ ਪਵੇ, ਉਹ ਕੀ ਹੁੰਦਾ, ਗ੍ਰਾਫ ਕੰਟੀਨਿਊ ਹੁੰਦਾ। ਇਸੇ ਤਰ੍ਹਾਂ ਆਪਾਂ ਹੋਰ ਡਿਸਕਸ ਕਰਾਂਗੇ ਵੀ ਜਿਹੜੇ ਗ੍ਰਾਫ ਕੰਟੀਨਿਊ ਨਹੀਂ ਹੁੰਦੇ, ਉਹਨਾਂ ਦੇ ਵਿੱਚ ਆਪਾਂ ਨੂੰ ਪੈਨ ਚੱਕਣਾ ਪੈਂਦਾ, ਇੱਕ ਪੁਆਇੰਟ ਦੇ ਉੱਪਰ ਜਾ ਕੇ ਉਹ ਕੀ ਹੋ ਜਾਂਦੇ ਨੇ, ਬ੍ਰੇਕ ਹੋ ਜਾਂਦੇ ਨੇ, ਠੀਕ ਹੈ ਜੀ। ਇਹ ਆਪਾਂ ਗੱਲ ਧਿਆਨ 'ਚ ਰੱਖਾਂਗੇ, ਕੰਟੀਨਿਊਟੀ ਵੀ ਆਪਾਂ ਗ੍ਰਾਫ ਤੋਂ ਚੈੱਕ ਕਰ ਸਕਦੇ ਹਾਂ। ਇੱਕ ਗੱਲ ਆਉਂਦੀ ਹੈ ਜੀ ਅੱਗੇ ਵੀ ਡਿਫਰੈਂਸ਼ੀਬਿਲਟੀ ਦੀ, ਡਿਫਰੈਂਸ਼ੀਬਲ ਫੰਕਸ਼ਨ ਕਿਹੜਾ ਹੁੰਦਾ। ਇੱਕ ਥੋੜ੍ਹਾ ਜਿਹਾ ਪੁਆਇੰਟ ਮਿਸ ਹੋ ਗਿਆ, ਕੰਟੀਨਿਊਟੀ ਇੱਕ ਤਾਂ ਹੁੰਦਾ ਐਵਰੀਵੇਅਰ ਕੰਟੀਨਿਊਟੀ, ਠੀਕ ਹੈ, ਇੱਕ ਹੁੰਦਾ ਕੰਟੀਨਿਊਟੀ ਨੂੰ ਇੰਟਰਵਲ। ਇਹ ਕੀ ਆ, ਇਹਦੇ ਕਿਸੇ ਵੀ ਦੇਖੋ, ਇਹਦੇ ਕਿਤੇ ਵੀ ਕਿਸੇ ਵੀ ਪੁਆਇੰਟ ਦੇ ਉੱਪਰ ਜਿਹੜਾ ਸਾਈਨ ਐਕਸ ਦਾ ਗ੍ਰਾਫ ਆ, ਕਿਸੇ ਵੀ ਪੁਆਇੰਟ ਜਿੰਨਾ ਮਰਜ਼ੀ ਲਓ, ਰੀਅਲ ਨੰਬਰ ਦੇ ਵਿੱਚ ਕੋਈ ਮਰਜ਼ੀ ਪੁਆਇੰਟ ਲਓ, ਇਹ ਬ੍ਰੇਕ ਨਹੀਂ ਕਰੂਗਾ। ਇਹਦਾ ਮਤਲਬ ਕੰਟੀਨਿਊ ਐਵਰੀਵੇਅਰ ਹੈ। ਇਹ ਕੀ ਆ, ਕੰਟੀਨਿਊ ਐਵਰੀਵੇਅਰ, ਹਰ ਇੱਕ ਪੁਆਇੰਟ ਦੇ ਉੱਪਰ ਕੰਟੀਨਿਊ ਆ, ਠੀਕ ਹੈ। ਕਈ ਫੰਕਸ਼ਨ ਹੁੰਦੇ ਨੇ ਜਿਹੜੇ ਕੁਛ ਪੁਆਇੰਟ ਦੇ ਉੱਪਰ ਕੰਟੀਨਿਊ ਨਹੀਂ ਹੁੰਦੇ, ਠੀਕ ਹੈ, ਉਹ ਪੁਆਇੰਟ ਉਹਦੀ ਡੋਮੇਨ 'ਚ ਐਗਜ਼ਿਸਟ ਨਹੀਂ ਕਰਦੇ। ਕਈ ਵਾਰ ਆਪਾਂ ਦੇਖਦੇ ਹਾਂ ਅਤੇ ਉਹ ਫੰਕਸ਼ਨ ਵੈਸੇ ਕੰਟੀਨਿਊ ਹੁੰਦਾ, ਕੰਟੀਨਿਊ ਇਨ ਦੇਅਰ ਡੋਮੇਨ, ਠੀਕ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਹ ਆਪਣੀ ਡੋਮੇਨ ਦੇ ਵਿੱਚ ਤਾਂ ਕੰਟੀਨਿਊ ਆ, ਬਟ ਅਗਰ ਆਪਾਂ ਓਵਰਆਲ ਗੱਲ ਕਰੀਏ ਉਹ ਫੰਕਸ਼ਨ ਬ੍ਰੇਕ ਕਰ ਰਿਹਾ ਹੁੰਦਾ ਕਿਸੇ ਪੁਆਇੰਟ ਦੇ ਉੱਪਰ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਡਿਫਰੈਂਸ਼ੀਬਲ ਫੰਕਸ਼ਨ ਦੀ। ਡਿਫਰੈਂਸ਼ੀਬਲ ਫੰਕਸ਼ਨ ਕਿਹੜਾ ਹੁੰਦਾ, ਡਿਫਰੈਂਸ਼ੀਬਲ ਫੰਕਸ਼ਨ ਤਾਂ ਮੈਂ ਤੁਹਾਨੂੰ ਬਾਅਦ 'ਚ ਦੱਸਦਾ, ਸਿੰਪਲੀ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਵੀ ਗ੍ਰਾਫ ਤੋਂ ਕਿੱਦਾਂ ਚੈੱਕ ਕਰਦੇ ਹਾਂ ਵੀ ਉਹ ਫੰਕਸ਼ਨ ਡਿਫਰੈਂਸ਼ੀਬਲ ਹੈਗਾ ਜਾਂ ਫਿਰ ਨਹੀਂ ਹੈਗਾ। ਗ੍ਰਾਫ ਦੇ ਉੱਪਰ ਆਪਾਂ ਚੈੱਕ ਕਰ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ। ਆਪਾਂ ਉਹਦੇ ਵਿੱਚ ਦੇਖ ਸਕਦੇ ਹਾਂ ਵੀ ਗ੍ਰਾਫ ਦੇ ਵਿੱਚ ਕਿਤੇ ਸ਼ਾਰਪ ਕਰਵ ਤਾਂ ਨਹੀਂ ਆ ਰਹੀ। ਦੇਖੋ ਆਹ ਗ੍ਰਾਫ ਕੀ ਹੈ, ਇਹ ਬੜਾ ਸਮੂਥਲੀ ਚੱਲ ਰਿਹਾ, ਇਹਦੇ ਵਿੱਚ ਕਿਤੇ ਵੀ ਸ਼ਾਰਪ ਕਰਵ ਨਹੀਂ ਆ ਰਹੀ। ਸ਼ਾਰਪ ਕਰਵ ਤੋਂ ਕਹਿਣ ਤੋਂ ਭਾਵ ਦੇਖੋ ਇਸ ਤਰ੍ਹਾਂ ਗ੍ਰਾਫ ਹੋਵੇ, ਇਸ ਤਰ੍ਹਾਂ ਬੀ ਸ਼ੇਪ ਦਾ, ਹੈ ਨਾ, ਮਤਲਬ ਕਿ ਬੀ ਇਸ ਤਰ੍ਹਾਂ ਬੈਨ ਵਾਲੀ ਬੀ ਸ਼ੇਪ। ਦੇਖੋ ਜਿਹੜਾ ਬੀ ਦਾ ਨੀਚੇ ਕਾਰਨਰ ਪੁਆਇੰਟ ਹੋਊਗਾ ਉਹਦੇ ਉੱਤੇ ਕੀ ਆ ਗਿਆ, ਸ਼ਾਰਪ ਐਜ ਆ ਗਿਆ। ਦੇਖੋ ਜਿਹੜਾ ਉਹ ਸ਼ਾਰਪ ਐਜ ਹੋਊਗਾ ਉਹਦੇ 'ਤੇ ਆਪਣੇ ਕੋਲੇ
ਕੀ ਨਹੀਂ ਡਿਫਾਈਨ ਹੋਊਗਾ, ਉਸ ਦਾ ਸਲੋਪ ਡਿਫਾਈਨ ਨਹੀਂ ਹੋਊਗਾ ਉਸ ਪੁਆਇੰਟ ਦੇ ਉੱਪਰ। ਆਪਾਂ ਇਹੀ ਚੀਜ਼ ਚੈੱਕ ਕਰਨੀ ਹੈ ਵੀ ਹਰ ਇੱਕ ਪੁਆਇੰਟ ਦੇ ਉੱਪਰ ਜਦੋਂ ਤੁਸੀਂ ਕੰਟੀਨਿਊ ਡਿਫਰੈਂਸ਼ੀਅਬਲ ਫੰਕਸ਼ਨ ਹੋਊਗਾ, ਦੇਖੋ ਇਹਦਾ ਗ੍ਰਾਫ ਬੜਾ ਸਮੂਥ ਚੱਲੂਗਾ, ਇਹਦੇ ਹਰ ਇੱਕ ਪੁਆਇੰਟ ਦੇ ਉੱਪਰ ਸਲੋਪ ਡਿਫਾਈਨ ਹੋਊਗੀ। ਦੇਖੋ ਆਹ ਪੁਆਇੰਟ ਦੇ ਉੱਪਰ ਆਪਾਂ ਸਲੋਪ ਕੱਢੀਏ, ਅਲੱਗ ਸਲੋਪ ਬਣੂਗੀ, ਇਹਦੇ ਉੱਪਰ ਅਲੱਗ ਬਣੂਗੀ, ਇਹਦੇ ਉੱਪਰ ਅਲੱਗ ਬਣੂਗੀ, ਇਹਦੇ ਉੱਪਰ ਅਲੱਗ ਬਣੂਗੀ। ਅਗਰ ਤੁਸੀਂ ਤੁਹਾਡੇ ਕੋਲ ਗ੍ਰਾਫ ਦੇ ਵਿੱਚ ਸ਼ਾਰਪ ਐਜ ਆ ਗਈ, ਮੰਨ ਲਓ ਇਸ ਤਰ੍ਹਾਂ ਬੀ ਸ਼ੇਪ ਦਾ ਗ੍ਰਾਫ ਆ, ਮੰਨ ਲਓ ਆਹੀ ਗ੍ਰਾਫ ਆ, ਠੀਕ ਹੈ, ਆਹੀ ਗ੍ਰਾਫ ਮੰਨ ਲਓ ਇਸ ਤਰ੍ਹਾਂ ਆ ਜਾਂਦੇ, ਮਤਲਬ ਕਿ ਇੱਕ ਤਾਂ ਪੋਜ਼ੀਟਿਵ ਵਾਈ ਐਕਸਿਸ ਲੈ ਲਈ, ਇੱਕ ਆਪਾਂ ਪੋਜ਼ੀਟਿਵ ਐਕਸ ਐਕਸਿਸ ਲੈ ਲਈ। ਇਹ ਗ੍ਰਾਫ ਆਪਣੇ ਕੋਲੇ ਦੇਖੋ ਜਿਹੜਾ ਇਹਦਾ ਓਰੀਜਨ ਆ ਗਿਆ, ਮੰਨ ਲਓ ਆਹ ਨੀਚੇ ਵਾਲੀਆਂ ਹੈ ਨਹੀਂ, ਇਹਦਾ ਜਿਹੜਾ ਓਰੀਜਨ ਆ ਗਿਆ ਇਹਦੇ 'ਤੇ ਕੀ ਆ ਗਈ, ਸ਼ਾਰਪ ਕਰਵ ਆ ਗਈ। ਹੁਣ ਆਪਾਂ ਇੱਥੇ ਕਨਫਿਊਜ਼ ਹੋ ਜਾਵਾਂਗੇ ਵੀ ਜਿਹੜੀ ਇਹ ਪੁਆਇੰਟ ਦੇ ਉੱਪਰ ਓਰੀਜਨ ਦੇ ਉੱਪਰ ਆਪਾਂ ਸਲੋਪ ਇਸ ਤਰ੍ਹਾਂ ਡਰਾ ਕਰੀਏ ਜਾਂ ਫਿਰ ਇਸ ਤਰ੍ਹਾਂ ਡਰਾ ਕਰੀਏ ਜਾਂ ਫਿਰ ਇਸ ਤਰ੍ਹਾਂ ਡਰਾ ਕਰੀਏ, ਠੀਕ ਹੈ। ਇਹ ਪੁਆਇੰਟ ਦੇ ਉੱਪਰ ਬਹੁਤ ਸਾਰੀਆਂ ਸਲੋਪਸ ਆ ਜਾਣਗੀਆਂ, ਬਟ ਆਪਾਂ ਕਨਫਿਊਜ਼ ਹੋ ਜਾਵਾਂਗੇ ਵੀ ਇੱਕ ਸਲੋਪ ਕਿਹੜੀ ਨੂੰ ਮੰਨੀਏ। ਇਸੇ ਕਰਕੇ ਵੀ ਜਿਹੜੇ ਵਿੱਚ ਸ਼ਾਰਪ ਕਰਵ ਆਉਂਦੀ ਆ ਉਹ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੁੰਦਾ। ਇਹ ਆਪਾਂ ਗ੍ਰਾਫ ਤੋਂ ਚੈੱਕ ਕਰ ਸਕਦੇ ਹਾਂ। ਜਿਹਦੇ ਵਿੱਚ ਗ੍ਰਾਫ ਦੇ ਵਿੱਚ ਕੋਈ ਵੀ ਸ਼ਾਰਪ ਕਰਵ ਨਹੀਂ ਆ ਰਹੀ ਕਿਸੇ ਵੀ ਪੁਆਇੰਟ ਦੇ ਉੱਪਰ ਜਾਂ ਫਿਰ ਬ੍ਰੇਕ ਨਹੀਂ ਹੋ ਰਿਹਾ, ਪਹਿਲੀ ਗੱਲ ਤਾਂ ਇਹ ਆ ਜਿਹੜਾ ਫੰਕਸ਼ਨ ਕੰਟੀਨਿਊ ਆ ਉਹੀ ਡਿਫਰੈਂਸ਼ੀਏਬਲ ਹੋ ਸਕਦਾ। ਜਿਹੜਾ ਫੰਕਸ਼ਨ ਕੰਟੀਨਿਊ ਨਹੀਂ ਉਹਦੀ ਕਹਾਣੀ ਖਤਮ ਆ, ਉਹ ਤਾਂ ਕਦੇ ਵੀ ਆਪਣੇ ਕੋਲੇ ਡਿਫਰੈਂਸ਼ੀਏਬਲ ਨਹੀਂ ਹੋਊਗਾ, ਕਿਉਂਕਿ ਜਿਹੜੇ ਪੁਆਇੰਟ ਦੇ ਉੱਪਰ ਆਪਾਂ ਡਿਸਕੰਟੀਨਿਊ ਹੋਊਗਾ ਫੰਕਸ਼ਨ, ਉਹ ਪੁਆਇੰਟ ਦੇ ਉੱਪਰ ਆਪਾਂ ਡਰਾ ਕਰਨੀ ਚਾਹੀਏ ਕੋਈ ਵੀ ਸਲੋਪ, ਆਪਾਂ ਉੱਥੇ ਵੀ ਕਨਫਿਊਜ਼ ਹੋ ਜਾਵਾਂਗੇ। ਉੱਥੇ ਤਾਂ ਬਹੁਤ ਸਾਰੀਆਂ ਸਲੋਪਸ ਡਰਾ ਹੋ ਸਕਦੀਆਂ ਨੇ, ਇਹ ਮੈਂ ਤੁਹਾਨੂੰ ਕਦੇ ਅੱਗੇ ਵੀਡੀਓ 'ਚ ਸਮਝਾਊਂਗਾ ਵੀ ਇਹ ਸਾਰੀ ਚੀਜ਼ ਕਿੱਦਾਂ ਹੁੰਦੀ ਹੈ। ਇਸੇ ਤਰ੍ਹਾਂ ਆਪਾਂ ਇਹ ਟੈਸਟ ਲਾ ਸਕਦੇ ਹਾਂ ਵੀ ਕੋਈ ਵੀ ਫੰਕਸ਼ਨ ਹੈ ਜਿਹੜਾ ਉਹ ਡਿਫਰੈਂਸ਼ੀਏਬਲ ਹੈਗਾ ਜਾਂ ਨਹੀਂ ਹੈਗਾ ਉਹਦੇ ਸਿਰਫ ਗ੍ਰਾਫ ਦੇਖ ਕੇ, ਠੀਕ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਰੱਖਦੇ ਹਾਂ ਆਪਾਂ। ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਗ੍ਰਾਫ ਆਫ ਕਾਸ ਐਕਸ। ਇੱਦੋਂ ਅੱਗੇ ਫਿਰ ਆਪਾਂ ਜਿਹੜੇ ਵੀ ਫੰਕਸ਼ਨ ਹੋਰ ਟ੍ਰਿਗਨੋਮੈਟਰੀ ਨੇ ਉਹਦੇ ਬਾਰੇ ਡਿਸਕਸ ਕਰਾਂਗੇ, ਅਤੇ ਬਾਅਦ ਦੇ ਵਿੱਚ ਆਪਾਂ ਜਿਹੜੇ ਹੋਰ ਫੰਕਸ਼ਨ ਨੇ ਜਿਵੇਂ ਮੋਡੂਲਸ ਫੰਕਸ਼ਨ ਜਾਂ ਫਿਰ ਆਪਣੇ ਕੋਲੇ ਸੀਲਿੰਗ ਫੰਕਸ਼ਨ, ਫਲੋਰ ਫੰਕਸ਼ਨ, ਇਸ ਤਰ੍ਹਾਂ ਹੋਰ ਬਹੁਤ ਸਾਰੇ ਰੂਟ ਦੇ ਵਿੱਚ ਲੌਗ ਐਕਸ, ਐਕਸਪੋਨੈਂਸ਼ੀਅਲ ਜਿੰਨੇ ਵੀ ਹੈਗੇ ਨੇ ਸਾਰਿਆਂ ਦੇ ਆਪਾਂ ਡਿਸਕਸ ਕਰਾਂਗੇ ਗ੍ਰਾਫ। ਇਹਦੇ ਵਿੱਚ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਮਾੜੀ ਜੀ, ਦੇਖੋ ਆਪਾਂ ਸਾਈਨ ਐਕਸ ਦਾ ਗ੍ਰਾਫ ਦੇਖਿਆ ਸੀ, ਆਪਾਂ ਸਾਈਨ 45 ਦਾ ਗ੍ਰਾਫ ਦੇਖਦੇ ਹਾਂ, 45 ਦਾ ਨਹੀਂ, ਆਪਾਂ ਸਾਈਨ 90 ਦਾ ਗ੍ਰਾਫ ਦੇਖਦੇ ਹਾਂ, ਠੀਕ ਹੈ। ਸਾਈਨ 90 ਡਿਗਰੀ ਦਾ ਦੇਖੋ, ਸਾਈਨ 90 ਦੀ ਵੈਲਿਊ ਕਿੰਨੀ ਹੁੰਦੀ ਹੈ, 1 ਹੁੰਦੀ ਹੈ, ਠੀਕ ਹੈ, 1 ਹੁੰਦੀ ਹੈ। ਦੇਖੋ ਆਹ ਇੱਥੇ ਵੈਲਿਊ ਕੀ ਹੈ, 2 ਹੈ, ਇੱਥੇ ਕੀ ਹੈ, 0 ਹੈ। 1 ਦੇ ਉੱਪਰ ਗ੍ਰਾਫ ਬਣ ਗਏ ਨੇ, ਇਸ ਤਰ੍ਹਾਂ ਜਾਈ ਜਾਊਗਾ ਸਾਈਨ 90 ਦੇ ਗ੍ਰਾਫ। ਇਹ ਆ ਗਿਆ ਸਾਈਨ 90 ਦਾ ਗ੍ਰਾਫ। ਸਾਈਨ ਆਪਣੇ ਕੋਲੇ 0 ਡਿਗਰੀ ਦਾ ਦੇਖਦੇ ਹਾਂ, ਬੜਾ ਇੰਟਰਸਟਿੰਗ ਦਾ ਗ੍ਰਾਫ ਆਊਗਾ। ਸਾਈਨ ਉਹ ਟਾਈਪ ਹੋ ਗਿਆ 0, ਸਾਈਨ 0 ਡਿਗਰੀ ਦਾ। ਦੇਖੋ ਸਾਈਨ 0 ਡਿਗਰੀ ਦਾ ਗ੍ਰਾਫ ਬਿਲਕੁਲ ਕਿਹਨੂੰ ਟੱਚ ਕਰ ਗਿਆ, ਐਕਸ ਐਕਸਿਸ ਨੂੰ ਟੱਚ ਕਰ ਗਿਆ, ਕਿਉਂਕਿ ਸਾਈਨ 0 ਦੀ ਵੈਲਿਊ ਕੀ ਹੁੰਦੀ ਆ, 0 ਹੁੰਦੀ ਆ। ਇਸੇ ਤਰ੍ਹਾਂ ਹੋਰ ਵੀ ਇੱਥੇ ਆਪਾਂ ਟਾਈਪ ਕਰਕੇ ਜਿੰਨੇ ਵੀ ਸਾਈਨ ਦੀ ਵੈਲਿਊ ਆਪਾਂ ਦੇਖ ਸਕਦੇ ਹਾਂ, ਉਹ ਆਪਾਂ ਸਾਈਨ ਐਕਸ ਤਾਂ ਦੇਖਿਆ ਸੀ ਕਿਉਂਕਿ ਆਪਾਂ ਜਨਰਲ ਦੇਖ ਰਹੇ ਸੀ ਸਾਰੇ ਦੇ ਵਿੱਚ। ਹੁਣ ਆਪਾਂ ਇਕੱਲੇ ਪਾਰਟੀਕੂਲਰ ਵੈਲਿਊਜ਼ ਦਾ ਵੀ ਆਪਾਂ ਗ੍ਰਾਫ ਦੇਖ ਸਕਦੇ ਹਾਂ, ਯਾਨੀ ਕਿ ਆਪਾਂ ਸਾਈਨ 60 ਦਾ ਗ੍ਰਾਫ ਦੇਖੀਏ ਹੈ ਨਾ, ਜਾਂ ਸਾਈਨ 60 ਦਾ ਨਹੀਂ, ਸਾਈਨ ਪਹਿਲਾਂ 30 ਦਾ ਦੇਖੀਏ। 30 ਦਾ ਗ੍ਰਾਫ ਕੀ ਹੋਊਗਾ, ਸਾਈਨ 30 ਦਾ ਦੇਖੋ ਤੁਹਾਨੂੰ ਪਤਾ ਲੱਗ ਗਿਆ 30 ਦਾ ਗ੍ਰਾਫ ਕੀ ਜਾ ਰਿਹਾ, ਆ ਰਿਹਾ, ਠੀਕ ਹੈ। ਇੱਥੋਂ ਆਪਾਂ ਕੀ ਦੇਖ ਸਕਦੇ ਹਾਂ ਵੀ ਸਾਈਨ 30 ਦੀ ਵੈਲਿਊ ਕਿੰਨੀ ਹੁੰਦੀ ਹੈ, ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਸਾਈਨ 30 ਦੀ ਵੈਲਿਊ ਦਾ ਗ੍ਰਾਫ ਇੱਦਾਂ ਕਿਉਂ ਆਇਆ, ਠੀਕ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਕਿਉਂਕਿ ਵੀਡੀਓ ਬਹੁਤ ਲੈਂਥੀ ਹੋ ਗਈ, ਅਤੇ ਅਗਲੀਆਂ ਵੀਡੀਓ ਦੇ ਵਿੱਚ ਇਹ ਕੁਐਸਚਨ ਦਾ ਵੀ ਆਨਸਰ ਦੇ ਦਾਂਗੇ ਅਤੇ ਇਹਦੇ ਬਾਰੇ ਥੋੜ੍ਹਾ ਬਹੁਤਾ ਦੱਸ ਵੀ ਦੇਵਾਂਗੇ। ਓਕੇ ਜੀ, ਥੈਂਕ ਯੂ।